ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕਾਲ ਜਮਨ ਜੋ ਕ੍ਰਿਸ਼ਨ ਸੰਘਾਰਾ, ਰਹਿਓ ਸੰਕਲਪ ਜਨਮ ਤਿਨ ਧਾਰਾ। ਮਥਰਾ ਕਤਲ ਕਰੋ ਅਰ ਪੁਰਖ, ਮਰ ਦਿਓ ਰਹਿਓ ਮਨੋਰਥ ਉਰਕ। ਚੌਪਈ। ਕਾਲ ਜਮਨ ਜੋ ਕ੍ਰਿਸ਼ਨ ਸੰਘਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਰੰਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਾਹਿਬ ਜੀ ਦੀ ਨਦਰ ਦਾ ਸਦਕਾ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ। ਸਤਿਗੁਰਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਲਣ ਵਿਖੇ ਗੁਰੂ ਕੀ ਬਾਣੀ ਦਾ ਕੀਰਤਨ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿੱਤਾ ਪ੍ਰਤੀ ਦੇ ਨੇਮ ਦੇ ਮੁਤਾਬਕ ਆਪਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਜੁੜ ਬੈਠੇ ਹਾਂ। ਸਤਿਗੁਰੂ ਜੀ ਦੀ ਨਦਰੇ ਇਨਾਇਤ ਦਾ ਸਦਕਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਚਲਦਿਆਂ ਚਲਦਿਆਂ ਇਸ ਗ੍ਰੰਥ ਦੀ ਵੀ ਸਮਾਪਤੀ ਦੇ ਨੇੜੇ ਪਹੁੰਚੇ ਹਾਂ। ਔਰ ਸਤਿਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਹੈ, ਜਿੱਥੋਂ ਤੱਕ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਚ ਗ੍ਰੰਥ ਦੇ ਵਿੱਚ ਲਿਖਿਆ ਹੈ, ਉਸ ਦੇ ਛੇਕੜਲੇ ਪ੍ਰਸੰਗ, ਅੰਤਲੇ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਦਸਮੇਸ਼ ਪਿਤਾ ਸਰਬੰਸਦਾਨੀ ਦਿਆਲੂ ਕਿਰਪਾਲੂ ਜੀ ਸੱਚਖੰਡ ਗਮਨ ਕਰ ਚੁੱਕੇ ਹਨ। ਸਤਿਗੁਰੂ ਜੀ ਦੇ ਸਤਿਕਾਰਯੋਗ ਮਹਿਲ, ਸਤਿਗੁਰੂ ਜੀ ਦੀ ਧਰਮ ਪਤਨੀ ਪੰਥ ਮਾਤਾ ਸਾਹਿਬ ਕੌਰ ਜੀ, ਉਹ ਵੀ ਸਤਿਗੁਰੂ ਜੀ ਦੇ ਬਿਰਹੋਂ ਦੇ ਵਿੱਚ ਦਿੱਲੀ ਵਿਖੇ ਸਰੀਰ ਤਿਆਗ ਚੁੱਕੇ ਹਨ। ਸਤਿਗੁਰੂ ਜੀ ਦੀ ਵੱਡੀ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ, ਉਹ ਆਪਣੇ ਪਾਲਕ ਪੁੱਤਰ ਅਜੀਤ ਸਿੰਘ ਦੇ ਨਾਲ ਜਿਵੇਂ ਦਿੱਲੀ ਵਿਖੇ ਰਹੇ, ਗੋਦ ਲਿਆ ਹੋਇਆ ਪੁੱਤਰ ਜਵਾਨ ਹੋਇਆ, ਉਹਨੇ ਕੁਰੀਤੀਆਂ ਕਰਨੀਆਂ ਸ਼ੁਰੂ ਕੀਤੀਆਂ। ਸਤਿਗੁਰੂ ਜੀ ਦੇ ਸ਼ਸਤਰਾਂ ਨੂੰ ਧਾਰਨ ਦੀ ਇੱਛਾ ਮਨ ਵਿੱਚ ਰੱਖੀ। ਮਾਤਾ ਨੇ ਮਨ੍ਹਾ ਕੀਤਾ, ਮਾਤਾ ਉੱਤੇ ਹਮਲਾ ਵੀ ਕੀਤਾ। ਮਾਤਾ ਜੀ ਨੇ ਬੁਲਾਉਣਾ ਛੱਡ ਦਿੱਤਾ। ਉਸ ਤੋਂ ਬਾਅਦ ਮੁਸਲਮਾਨਾਂ ਦੀ ਮਸੀਤ ਦੀ ਨਿਰਾਦਰੀ ਦੇ ਵਚਨ ਆਖੇ, ਜਿਸ ਕਰਕੇ ਇਹਨੂੰ ਧਰਮ ਤੋਂ ਹੀਣਾ ਹੋਣਾ ਪਿਆ। ਆਪਣੇ ਕੇਸ ਕੱਟ ਕੇ ਇਹਨੇ ਉਸ ਵੇਲੇ ਦੇ ਮੁਗਲ ਬਾਦਸ਼ਾਹ ਨੂੰ, ਮੁਹੰਮਦ ਸ਼ਾਹ ਰੰਗੀਲੇ ਨੂੰ ਥਾਲ ਵਿੱਚ ਰੱਖ ਕੇ ਭੇਜੇ। ਉਸ ਤੋਂ ਬਾਅਦ ਅਜੀਤ ਸਿੰਘ ਨੇ ਇੱਕ ਬੇਨਵਾ ਸੰਤ ਮੁਸਲਮਾਨਾਂ ਦਾ ਫਕੀਰ ਮਾਰ ਦਿੱਤਾ, ਜਿਸ ਕਰਕੇ ਇਹਦੇ ਉੱਤੇ ਸ਼ਾਹੀ ਫੌਜ ਚੜ੍ਹ ਕੇ ਆਈ। ਇਹਨੇ ਲੁਕ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ। ਹਾਥੀ ਦੇ ਪੈਰਾਂ ਦੇ ਨਾਲ ਬੰਨ੍ਹ ਕੇ ਦਿੱਲੀ ਦੀਆਂ ਗਲੀਆਂ ਵਿੱਚ ਘੜੀਸ ਕੇ ਇਹਦੇ ਜੀਵਨ ਦਾ ਅੰਤ ਕਰ ਦਿੱਤਾ ਗਿਆ। ਮਾਤਾ ਜੀ ਦੇ ਸਰਨ ਦੇ ਵਿੱਚ ਇਹ ਅਜੀਤ ਸਿੰਘ ਪਾਲਕ ਪੁੱਤਰ ਦੀ ਘਰਵਾਲੀ, ਜਾਣੀ ਕਿ ਮਾਤਾ ਦੀ ਨੂੰਹ, ਤੇ ਛੋਟਾ ਜਿਹਾ ਮਾਤਾ ਦਾ ਪੋਤਾ ਹਠੀ ਸਿੰਘ ਪਹੁੰਚੇ।
ਕਿਉਂਕਿ ਮਾਤਾ ਜੀ ਅਲੱਗ ਘਰ ਵਿੱਚ ਰਹਿਣ ਲੱਗ ਪਏ ਸਨ, ਅਜੀਤ ਸਿੰਘ ਦੇ ਨਾਲ ਨਹੀਂ ਰਹਿੰਦੇ ਸਨ। ਗੁਰੂ ਕੀਆਂ ਸੰਗਤਾਂ ਨੇ ਵੱਖਰਾ ਘਰ ਬਣਾ ਕੇ ਦਿੱਤਾ ਸੀ। 8ਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸੰਸਕਾਰ ਵਾਲੀ ਜਗ੍ਹਾ ਦੇ ਨੇੜੇ, ਗੁਰਦੁਆਰਾ ਬਾਲਾ ਸਾਹਿਬ ਦੇ ਨੇੜੇ ਮਾਤਾ ਸੁੰਦਰੀ ਜੀ ਦੇ ਮਹਿਲ, ਉਸ ਜਗ੍ਹਾ 'ਤੇ ਮਾਤਾ ਜੀ ਵਿਰਾਜਦੇ ਹੈ। ਚੱਲਦੀ ਜੰਗ ਦੇ ਵਿੱਚ, ਯੁੱਧ ਦੇ ਵਿੱਚ ਇਹਨੇ ਪਾਟੇ ਪੁਰਾਣੇ ਕੱਪੜੇ ਪਵਾ ਕੇ ਆਪਣੀ ਘਰਵਾਲੀ ਨੂੰ ਤੇ ਆਪਣੇ ਪੁੱਤਰ ਨੂੰ ਬਾਹਰ ਕੱਢ ਦਿੱਤਾ, ਜਿਹੜੇ ਮਾਤਾ ਜੀ ਦੀ ਸ਼ਰਨ ਗਏ। ਮਿੰਨਤਾਂ ਤਰਲੇ ਕੀਤੇ, ਮਾਤਾ ਨੇ ਸ਼ਰਨ ਆਏ ਜਾਣ ਕੇ ਇਹਨਾਂ ਦੀ ਰੱਖਿਆ ਕਰਨ ਦਾ ਅਹਿਦ ਕੀਤਾ। ਦਿੱਲੀ ਦੇ ਸਿੱਖਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਮਾਤਾ ਜੀ ਇੱਥੋਂ ਚੱਲ ਕੇ ਭਰਤਪੁਰ ਤੇ ਫਿਰ ਮਥੁਰਾ ਜਾ ਟਿਕੇ। ਕਾਫੀ ਲੰਮਾ ਸਮਾਂ ਮਾਤਾ ਜੀ ਨੇ ਮਥੁਰਾ ਦੇ ਵਿੱਚ ਬਤੀਤ ਕੀਤਾ। ਜਿਵੇਂ ਦਿੱਲੀ ਸੰਗਤਾਂ ਆਉਂਦੀਆਂ ਸੀ, ਇਸੇ ਤਰ੍ਹਾਂ ਮਾਤਾ ਜੀ ਦੇ ਚਰਨਾਂ ਵਿੱਚ ਬਹੁਤ ਸੰਗਤਾਂ ਪਹੁੰਚਦੀਆਂ, ਮਾਤਾ ਜੀ ਨੂੰ ਭੇਟਾਵਾਂ ਅਰਪਣ ਕਰਦੀਆਂ। ਬਹੁਤ ਚੜ੍ਹਾਵਾ ਗੁਰੂ ਘਰ ਵਿਖੇ ਸ਼ਰਧਾ ਭਾਵਨਾ ਨਾਲ ਸੰਗਤਾਂ ਲੈ ਕੇ ਆਉਂਦੀਆਂ। ਹਠੀ ਸਿੰਘ ਦਿਨੋਂ ਦਿਨ ਜਵਾਨ ਹੁੰਦਾ ਜਾ ਰਿਹਾ ਹੈ, ਪਰ ਮਾੜੇ ਭਾਗ ਇਸ ਦੇ ਸਤਿਗੁਰੂ ਦੇ ਘਰ ਵਿੱਚ ਨਾਮ ਬਾਣੀ ਦਾ ਲਾਹਾ ਲੈਣ ਦੀ ਜਗ੍ਹਾ 'ਤੇ ਆਪ ਗੁਰੂ ਬਣਨ ਦਾ ਮਨ ਵਿੱਚ ਇਹਦੇ ਵੀ ਆਪਣੇ ਪਿਤਾ ਅਜੀਤ ਸਿੰਘ ਵਾਂਗੂ ਚਾਅ ਪੈਦਾ ਹੋ ਗਿਆ। ਇਹਨੇ ਹੋਰ ਭੈੜੀ ਕਰਤੂਤ ਕੀਤੀ। ਗੁਰਬਾਣੀ ਦੇ ਸ਼ਬਦਾਂ ਵਿੱਚ ਨਾਨਕ ਨਾਮ ਦੀ ਜਗ੍ਹਾ ਦੇ ਉੱਤੇ ਨਾਨਕ ਸ਼ਬਦ ਕੱਟ ਕੇ ਆਪਣਾ ਨਾਮ ਕਹਿ ਹਠੀ ਸਿੰਘ ਲਿਖਣ ਲੱਗ ਪਿਆ। ਗੁਰੂ ਕੀਆਂ ਸੰਗਤਾਂ ਨੇ ਮਾਤਾ ਪਾਸ ਸ਼ਿਕਾਇਤ ਕੀਤੀ। ਮਾਤਾ ਜੀ ਨੇ ਵਰਜਿਆ, ਝਿੜਕਿਆ, ਤਾੜਨਾ ਕੀਤੀ, ਪਰ ਇਹ ਆਪਣੇ ਹੱਠ ਤੋਂ ਪਿੱਛੇ ਨਾ ਹਟਿਆ। ਮਾਤਾ ਜੀ ਦਾ ਸਰੀਰ ਬਿਰਧ ਹੋ ਚੁੱਕਾ। ਸੋਚਦੇ ਆ ਸਤਿਗੁਰੂ ਦਾ ਬਚਨ ਨਹੀਂ ਸੀ ਮੰਨਿਆ, ਹੱਠ ਕਰਕੇ ਪੁੱਤਰ ਗੋਦ ਲਿਆ। ਉਹ ਪੁੱਤ ਤਾਂ ਨਲਾਇਕ ਨਿਕਲਣਾ ਹੀ ਸੀ, ਅਗਾਂਹ ਪੋਤਾ ਵੀ ਉਸ ਤਰ੍ਹਾਂ ਦਾ ਨਿਕਲ ਗਿਆ। ਨਹੀਂ ਇਹਨਾਂ ਦੇ ਨਾਲ ਰਹਿਣਾ, ਇਹ ਸੋਚ ਕੇ ਮਾਤਾ ਜੀ ਮਥੁਰਾ ਤੋਂ ਚੱਲ ਕੇ ਦਿੱਲੀ ਵਿਖੇ ਪਹੁੰਚ ਗਏ। ਦਿੱਲੀ ਵਿਖੇ ਫਿਰ ਉਸ ਆਪਣੇ ਮਹਿਲਾਂ ਦੇ ਵਿੱਚ, ਆਪਣੇ ਘਰ ਦੇ ਵਿੱਚ ਜਾ ਕੇ ਮਾਤਾ ਨੇ ਨਿਵਾਸ ਕੀਤਾ। ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਅਜੀਤ ਸਿੰਘ ਨੂੰ ਮਾਰਨ ਵੇਲੇ ਜਦੋਂ ਇਹਦੀਆਂ ਫੌਜਾਂ ਨੇ ਸਭ ਕੁਝ ਮਾਤਾ ਦੇ ਪੁਰਾਣੇ ਘਰੋਂ ਲੁੱਟ ਲਿਆ ਸੀ, ਉਹ ਸਾਰਾ ਸਮਾਨ ਵੀ ਵਾਪਸ ਕਰ ਦਿੱਤਾ। ਇਉਂ ਮਾਤਾ ਜੀ ਦਿੱਲੀ ਦੇ ਵਿੱਚ ਕਾਫੀ ਸਮਾਂ ਨਿਵਾਸ ਉਹਨਾਂ ਨੇ ਕੀਤਾ। ਸਰੀਰ ਬਿਰਧ ਹੋ ਚੁੱਕਾ ਹੈ। 1804 ਦੇ ਵਿੱਚ ਇਕਾਦਸ਼ੀ ਥਿਤ ਨੂੰ ਮਾਤਾ ਜੀ ਗੁਰਪੁਰੀ ਪਿਆਨਾ ਕਰ ਗਏ। ਦਿੱਲੀ ਦੀਆਂ ਸੰਗਤਾਂ ਨੇ ਜੋ ਗੁਰਮਤਿ ਮਰਿਆਦਾ ਹੈ ਉਸ ਦੇ ਮੁਤਾਬਕ ਮਾਤਾ ਜੀ ਦਾ ਅੰਤਮ ਸੰਸਕਾਰ ਕੀਤਾ। ਸੁੰਦਰ ਬਿਵਾਨ ਸਜਾਇਆ ਗਿਆ। ਦਿੱਲੀ ਦੀਆਂ ਗਲੀਆਂ ਵਿੱਚ ਮਾਤਾ ਜੀ ਦੇ ਸਰੀਰ ਦੇ, ਮਾਤਾ ਜੀ ਦੀ ਦੇਹ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਉਪਰੰਤ ਗੁਰਦੁਆਰਾ ਬਾਲਾ ਸਾਹਿਬ ਜੀ ਵਾਲੀ ਜਗ੍ਹਾ 'ਤੇ ਜਿੱਥੇ 8ਵੇਂ ਪਾਤਸ਼ਾਹ ਦਾ ਸੰਸਕਾਰ ਹੋਇਆ, ਮਾਤਾ ਸਾਹਿਬ ਕੌਰ ਜੀ ਦਾ ਸੰਸਕਾਰ ਹੋਇਆ, ਉੱਥੇ ਹੀ ਮਾਤਾ ਸੁੰਦਰੀ ਜੀ ਦਾ ਵੀ ਸੰਸਕਾਰ ਕਰ ਦਿੱਤਾ ਗਿਆ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਮਾਤਾ ਜੀ ਗੁਰਪੁਰੀ ਪਿਆਨਾ ਕਰ ਗਏ, ਸੱਚਖੰਡ ਜਾ ਪਹੁੰਚੇ, ਗੁਰੂ ਚਰਨਾਂ ਵਿੱਚ ਜਾ ਵਿਰਾਜਮਾਨ ਹੋਏ। ਇੱਧਰ ਮਥੁਰਾ ਦੇ ਵਿੱਚ ਹਠੀ ਸਿੰਘ ਆਪਣੀ ਮਾਤਾ ਦੇ ਨਾਲ ਰਹਿ ਰਿਹਾ ਹੈ। 2 ਪਿੰਡ ਜੈਪੁਰ ਦੇ ਰਾਜੇ ਨੇ ਮਾਤਾ ਸੁੰਦਰ ਕੌਰ ਜੀ ਦੇ ਨਾਮ ਜਗੀਰ ਲਵਾ ਦਿੱਤੇ ਸਨ। ਇਹਨੂੰ ਉਹ ਵੀ ਆਮਦਨ ਹੈ। ਕੁਝ ਕੁ ਇਹਦੇ ਨਾਲ ਹੋਰ ਚੇਲੇ ਚਾਟੜੇ ਵੀ ਜੁੜ ਗਏ। ਦੀ ਜਿਹੜੀ ਇਹਦੇ ਪਿਤਾ ਅਜੀਤ ਸਿੰਘ ਦੀ ਸੰਗਤ ਸੀ ਉਹ ਵੀ ਇਹਦੀ ਪੂਜਾ ਕਰਦੀ, ਅਜੀਤੀ ਸੰਗਤ। ਹੋਰ ਵੀ ਸੰਗਤਾਂ ਸ਼ਰਧਾ ਭਾਵਨਾ ਕਰਦੀਆਂ। ਆਖਰ ਮਾਤਾ ਜੀ ਦੇ ਪਾਲਕ ਪੁੱਤਰ ਦਾ ਪੁੱਤਰ ਮਾਤਾ ਦਾ ਪੋਤਰਾ ਹੈ। ਗੁਰੂ ਕੀ ਸੰਗਤ ਬੜਾ ਸਤਿਕਾਰ ਕਰਦੀ, ਪਰ ਇਹਨੇ ਗੁਰਬਾਣੀ ਦੀ ਬੇਅਦਬੀ ਵਾਲਾ ਜਿਹੜਾ ਕਾਰਜ ਸੀ ਉਹ ਆਪਣਾ ਜਾਰੀ ਰੱਖਿਆ। ਗੁਰਬਾਣੀ ਦੇ ਸ਼ਬਦਾਂ ਵਿੱਚ ਆਪਣਾ ਨਾਮ ਪਾ ਕੇ ਸਿੱਖਾਂ ਨੂੰ ਅਗਾਂਹ ਆਪਣੇ ਚੇਲਿਆਂ ਨੂੰ ਦਿਆ ਕਰੇ ਵੀ ਇਸ ਨੂੰ ਤੁਸੀਂ ਪੜ੍ਹਨਾ, ਇਹ ਮੇਰੀ ਬਾਣੀ ਹੈ। ਝੂਠ ਬੋਲਦਾ ਰਿਹਾ। ਇੱਥੋਂ ਤੱਕ ਆਪਾਂ ਪਿੱਛੇ ਇਤਿਹਾਸ ਸਰਵਣ ਕੀਤਾ ਸੀ। ਉਸ ਤੋਂ ਬਾਅਦ ਇਹ ਮਥੁਰਾ ਦੀ ਧਰਤੀ ਦੇ ਕੀ ਹਾਲਾਤ ਬਣਦੇ ਆ, ਕਿਵੇਂ ਇਹ ਹਠੀ ਸਿੰਘ ਮਾਤਾ ਦਾ ਪੋਤਰਾ ਜਿਹੜਾ ਇੱਥੋਂ ਛੱਡ ਕੇ ਬੁਰਹਾਨਪੁਰ ਨੂੰ ਜਾਂਦਾ ਹੈ। ਆਓ ਅੱਜ ਦੇ ਪ੍ਰਸੰਗ ਵਿੱਚ ਬੜੇ ਪਿਆਰ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕਾਲ ਜਮਨ ਜੋ ਕ੍ਰਿਸ਼ਨ ਸੰਗਾਰਾ। ਕਾਲ ਜਮਨ
ਜਿਹੜਾ ਕਿ ਭਗਵਾਨ ਕ੍ਰਿਸ਼ਨ ਜੀ ਨੇ ਇਹਦਾ ਸੰਘਾਰ ਕੀਤਾ ਸੀ, ਇਹਨੂੰ ਮਾਰ ਦਿੱਤਾ ਸੀ, ਖਤਮ ਕੀਤਾ ਸੀ। ਕੌਣ ਸੀ ਕਾਲ ਜਮਨ? ਜਿਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਦੁਆਪਰ ਯੁੱਗ ਦੇ ਵਿੱਚ ਕੰਸ ਨੂੰ ਮਾਰਿਆ, ਤਾਂ ਇੱਥੋਂ ਹੀ ਬਾਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਸਤਿਗੁਰੂ ਦਸ਼ਮੇਸ਼ ਪਿਤਾ ਜੀ ਦੀ ਬਾਣੀ ਚੰਡੀ ਦੀ ਵਾਰ ਦੇ ਵਿੱਚ ਇਹ ਬਚਨ ਆਉਂਦੇ ਹੈ। ਕੇਸਾਂ ਤੋਂ ਫੜ ਕੇ ਪਟਕ ਪਟਕ ਕੇ ਧਰਤੀ ਦੇ ਉੱਤੇ ਇਹ ਕੰਸ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਮਾਰ ਦਿੱਤਾ ਸੀ। ਦੁਆਪਰ ਦੇ ਅਵਤਾਰ ਸਨ, ਸ਼ਕਤੀ ਸੀ ਉਹਨਾਂ ਵਿੱਚ, ਸਮਰੱਥਾਵਾਨ ਸਨ। ਸੋ ਇਹ ਕੰਸ ਦਾ ਜਿਹੜਾ ਸਹੁਰਾ ਸੀ ਉਹਦਾ ਨਾਮ ਸੀ ਜਰਾਸੰਧ। ਜਰਾਸੰਧ ਨੇ ਬਦਲਾ ਲੈਣ ਦੀ ਠਾਣ ਲਈ ਵੀ ਆ ਗਵਾਲਿਆਂ ਦਾ ਪੁੱਤਰ, ਗੁੱਜਰਾਂ ਦਾ ਪੁੱਤਰ, ਗਊਆਂ ਚਾਰਨ ਵਾਲਾ, ਉਹਨੇ ਮੇਰੇ ਜਵਾਈ ਨੂੰ ਮਾਰ ਦਿੱਤਾ, ਇਹ ਤੋਂ ਬਦਲਿਆ ਲਿਆ ਜਾਵੇ। ਇਹਨੇ ਆਪਣੀ ਮਦਦ ਦੇ ਵਾਸਤੇ ਆਪਣੇ ਮਿੱਤਰ ਕਾਲ ਜਮਨ ਨੂੰ ਬੁਲਾਇਆ। ਤਕੜਾ ਦੈਂਤ ਸੀ, ਬੜਾ ਸ਼ਕਤੀਸ਼ਾਲੀ ਸੀ, ਬਹੁਤ ਤਾਕਤਵਰ ਸੀ। ਇਹਨੂੰ ਜਿਸ ਵੇਲੇ ਮਥੁਰਾ ਦੀ ਧਰਤੀ ਦੇ ਉੱਤੇ ਬੁਲਾਇਆ, ਇਹ ਚੜ੍ਹ ਕੇ ਆਇਆ। ਭਗਵਾਨ ਕ੍ਰਿਸ਼ਨ ਜੀ ਦੇ ਨਾਲ ਇਹਦਾ ਸਾਹਮਣਾ ਹੋਇਆ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਾਰਸੀ ਦੇ ਵਿੱਚ ਜੋ ਸਵਈਏ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਬਚਨ ਲਿਖਦੇ ਆ, ਜੰਗ ਦਰਾਇਦ ਕਾਲ ਜਮਨ ਬਗੋਇਦ ਕੇ ਮਨ ਫੌਜ ਕੋ ਸਾਹਮ। ਭਗਵਾਨ ਕ੍ਰਿਸ਼ਨ ਨੂੰ ਲਲਕਾਰ ਕੇ ਕਾਲ ਜਮਨ ਕਹਿੰਦਾ ਸਾਹਮਣਾ ਕਰਕੇ ਕਿ ਮੈਂ ਆਪਣੀ ਫੌਜ ਦਾ ਮਾਲਕ ਹਾਂ, ਫੌਜ ਚੜ੍ਹਾ ਕੇ ਤੇਰੇ ਉੱਤੇ ਲੈ ਕੇ ਆਇਆ, ਤੇਰੇ ਵਿੱਚ ਤਾਕਤ ਹੈ ਤਾਂ ਮੇਰਾ ਮੁਕਾਬਲਾ ਕਰ। ਕਹਿੰਦਾ ਤੂੰ ਕ੍ਰਿਸ਼ਨਾ ਗਵਾਲਿਆਂ ਦਾ ਪੁੱਤਰਾ, ਗੁੱਜਰਾਂ ਦਾ ਪੁੱਤਰਾ, ਕਲੰਕੀ ਚੰਦਰਮਾ ਦੀ ਤਰ੍ਹਾਂ ਹੈ, ਤੇ ਮੈਂ ਸੂਰਜ ਦੀ ਤਰ੍ਹਾਂ ਪਾਕ ਪਵਿੱਤਰ ਤੇਰੇ ਉੱਤੇ ਪ੍ਰਕਾਸ਼ਵਾਨ ਹੋ ਕੇ ਚੜ੍ਹ ਕੇ ਆਇਆ ਤੇ ਫਤਿਹ ਕਰਾਂਗਾ ਤੈਨੂੰ। ਇਉਂ ਲਲਕਾਰਿਆ ਇਹਨੇ। ਭਗਵਾਨ ਕ੍ਰਿਸ਼ਨ ਜੀ ਦੇ ਨੇੜੇ ਹਮਲਾ ਕਰਨ ਵਾਸਤੇ ਹੋਇਆ। ਭਗਵਾਨ ਜੀ ਨੇ ਸੋਚਿਆ ਇਹ ਦੈਂਤ ਨੂੰ ਆਪਣਾ ਸਰੀਰ ਸਪਰਸ਼ ਨਹੀਂ ਕਰਨ ਦੇਣਾ। ਮਾਰ ਸਕਦੇ ਸਨ, ਦੁਆਪਰ ਦੇ ਅਵਤਾਰ ਸੀ, ਸਮਰੱਥ ਸਨ, ਪਰ ਆਪਣੇ ਸ਼ਸਤਰ ਦੇ ਨਾਲ ਇਹਦਾ ਸੰਘਾਰ ਨਾ ਕੀਤਾ। ਕਿਉਂਕਿ ਮੈਦਾਨੇ ਜੰਗ ਵਿੱਚ ਜਿਹੜਾ ਵੀ ਸੂਰਮਾ ਸ਼ਸਤਰ ਦੇ ਨਾਲ ਕੱਟ ਕੇ ਸ਼ਹੀਦੀ ਪ੍ਰਾਪਤ ਕਰ ਜਾਵੇ ਨਾ, ਉਹ ਸਿੱਧਾ ਹੀ ਫਿਰ ਸਾਧ ਸੰਗਤ ਜੀ ਗੰਧਰਵ ਲੋਕ ਦਾ ਵਾਸੀ ਹੁੰਦਾ, ਸਦਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਸਿੰਘਾਂ ਦੇ ਨਾਲ ਜੰਗਾਂ ਦੇ ਵਿੱਚ ਜਿੰਨੇ ਤੁਰਕ, ਜਿੰਨੇ ਮੁਗਲ ਮਾਰੇ ਗਏ, ਉਹ ਕੋਈ ਭੂਤ ਪ੍ਰੇਤ ਬਣ ਕੇ ਥੋੜ੍ਹੀ ਸਾਧ ਸੰਗਤ ਤੁਰੇ ਫਿਰੇ, ਉਹ ਸਾਰੇ ਮੁਕਤ ਹੋਏ। ਇਸੇ ਕਰਕੇ ਸੂਰਮਿਆਂ ਦੇ ਮਨ ਦੇ ਵਿੱਚ ਹਮੇਸ਼ਾ ਚਾਅ ਰਹਿੰਦਾ ਕਿ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਪਾ ਲਈਏ ਤੇ ਗੁਰੂ ਕੀ ਗੋਦ ਮਿਲੇਗੀ। कबीर मोहे मरने का चाव है, मरो तो हर कै द्वार, मत हर पूछे कौन है, परा हमारे बार। फिर साध संगत ऐसे जड़े सूरमे योधे मैदाने जंग विच शस्त्रां दे नाल शहीद हुंदे आ, उन्हां नूं रे रे दरगाह कहे ना कोऊ, आओ बैठ आदर शुभ देऊ। आदर सत्कार हुंदा दरगाह विच ਗਿਆਂ ਦਾ ਵੀ ਉਹਨਾਂ ਦਾ। ਇਸੇ ਕਰਕੇ ਗੁਰਬਾਣੀ ਦੇ ਵਿੱਚ ਇਹ ਸਿਧਾਂਤ ਹੈ, ਕਬੀਰ ਮੋਹਿ ਮਰਨੇ ਕਾ ਚਾਉ ਹੈ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨਾ ਕਹਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਇਹ ਜੂਝਣ ਦਾ ਦਾ ਲਾਉਂਦੇ ਆ ਸੂਰਮੇ, ਅਸੀਂ ਜੂਝ ਜਾਈਏ ਤੇ ਮੁਕਤੀ ਦਾ ਦਾ ਸਾਡਾ ਲੱਗ ਜੇ, ਅਸੀਂ ਮੁਕਤ ਹੋ ਜਾਈਏ। ਇਹ ਜਦੋਂ ਭਗਵਾਨ ਜੀ ਦੇ ਉੱਤੇ ਹਮਲਾ ਕਰਨ ਵਾਸਤੇ ਹਮਲਾਵਰ ਹੋਇਆ, ਅੱਗੇ ਵਧਿਆ, ਤੇ ਤੁਹਾਨੂੰ ਪਤਾ ਹੈ ਵੀ ਕ੍ਰਿਸ਼ਨ ਜੀ ਚਤੁਰ ਚਲਾਕ ਬਹੁਤ ਸਨ। ਅੱਗੇ ਅੱਗੇ ਦੌੜ ਪਏ ਨੀਤੀ ਦੇ ਤਹਿਤ, ਅੱਗੇ ਅੱਗੇ ਭੱਜਦੇ ਗਏ। ਇਹ ਕਾਲ ਜਮਨ ਪਿੱਛਾ ਕਰਦਾ ਹੋਇਆ ਉਹਨਾਂ ਦੇ ਪਿੱਛੇ ਪਿੱਛੇ ਦੌੜਦਾ ਗਿਆ, ਹੱਥ ਵਿੱਚ ਸ਼ਸਤਰ ਫੜ ਕੇ, ਤੇ ਨਾਲੇ ਆਵਾਜ਼ਾਂ ਮਾਰਦਾ, ਗੁੱਜਰਾਂ ਦਾ ਪੁੱਤਰਾ, ਕਾਇਰ ਹੋ ਕੇ ਮੇਰੇ ਅੱਗੇ ਭੱਜਿਆ ਕਿਉਂ ਜਾਂਦਾ, ਖੜ ਕੇ ਮੁਕਾਬਲਾ ਕਰ ਜੇ ਹਿੰਮਤ ਆ ਤਾਂ। ਪਰ ਕ੍ਰਿਸ਼ਨ ਜੀ ਅੱਗੇ ਅੱਗੇ ਭੱਜੇ ਗਏ। ਜਦੋਂ ਸਾਧ ਸੰਗਤ ਆਪਾਂ ਆਗਰਾ ਮਥੁਰਾ ਤੋਂ ਅੱਗੇ ਧੌਲਪੁਰ ਆਉਂਦਾ ਹੈ, ਹਜੂਰ ਸਾਹਿਬ ਨੂੰ ਜਾਈਏ, ਉਹ ਧੌਲਪੁਰ ਦੇ ਨੇੜੇ ਸੱਜੇ ਪਾਸੇ ਇੱਕ ਪਹਾੜੀ ਆ। ਉਹ ਪਹਾੜੀ ਦੇ ਉੱਤੇ ਇੱਕ ਮੁਚਕੰਦ ਕੁੰਡ ਹੈ। ਮੁਚਕੰਦ ਕੁੰਡ ਉਹਦਾ ਨਾਂ ਕਿਉਂ ਪਿਆ? ਮੁਚਕੰਦ ਰਿਖੀ ਦੇ ਨਾਂ ਦੇ ਉੱਤੇ।
ਦੇਵਤਿਆਂ ਦੀ ਹਮਾਇਤ ਦੇ ਉੱਤੇ ਇਹ ਮੁਚਕੰਦ ਰਾਜਾ ਸੀ ਤੇ ਭਗਤੀ ਕਰਕੇ ਰਿਖੀ ਬਣ ਗਿਆ ਸੀ, ਆਇਆ ਸੀ ਇੱਥੇ ਆਪਣੀ ਗੁਫਾ ਦੇ ਵਿੱਚ ਆਰਾਮ ਕਰ ਰਿਹਾ ਹੈ। ਭਗਵਾਨ ਕ੍ਰਿਸ਼ਨ ਜੀ ਭੱਜਦੇ ਭੱਜਦੇ ਇਹ ਮੁਚਕੰਦ ਰਿਖੀ ਦੇ ਕੋਲ ਪਹੁੰਚ ਗਏ ਤੇ ਜਲਦੀ ਨਾਲ ਆਪਣਾ ਜਿਹੜਾ ਪੀਤ ਵਸਤਰ ਸੀ ਨਾ, ਪੀਲਾ ਵਸਤਰ ਧਾਰਨ ਕਰਕੇ ਰੱਖਦੇ ਸੀ, ਇਹ ਆਰਾਮ ਕਰ ਰਹੇ ਮੁਚਕੰਦ ਰਿਖੀ ਦੇ ਉੱਤੇ ਸੁੱਟ ਦਿੱਤਾ। ਇੰਨੇ ਨੂੰ ਆਪ ਦੂਜੇ ਪਾਸੇ ਨੂੰ ਓਹਲੇ ਵਿੱਚ ਹੋ ਗਏ। ਜਿਹੜਾ ਕਾਲ ਜਮਨ ਦੈਂਤ ਸੀ ਭਗਵਾਨ ਜੀ ਦਾ ਪਿੱਛਾ ਕਰਦਾ ਕਰਦਾ ਜਦੋਂ ਪਹੁੰਚਿਆ, ਉਹਨੇ ਦੇਖਿਆ ਸਾਹਮਣੇ ਪੀਲਾ ਕੱਪੜਾ ਤਾਣ ਕੇ ਭੁਲੇਖਾ ਉਹਨੂੰ ਪਿਆ ਵੀ ਕ੍ਰਿਸ਼ਨ ਜੀ ਇੱਥੇ ਆਰਾਮ ਕਰਨ ਲੱਗ ਪਏ ਆ ਕੇ। ਉਸ ਵੇਲੇ ਨੇੜੇ ਆਇਆ ਤੇ ਬੜੇ ਜ਼ੋਰ ਦੀ ਲੱਤ ਮਾਰ ਕੇ ਕਹਿੰਦਾ, ਉੱਠ ਗੁਜਰਾ, ਉੱਠ ਕੇ ਲੜ ਮੇਰੇ ਨਾਲ। ਸੌਣ ਵਾਸਤੇ ਸੂਰਮਿਆਂ ਦਾ ਕੰਮ ਮੈਦਾਨੇ ਜੰਗ ਵਿੱਚ ਆ ਕੇ ਸੌਣਾ ਤਾਂ ਨਹੀਂ ਹੁੰਦਾ। ਜਦੋਂ ਆਹ ਬਚਨ ਕੀਤੇ ਤੇ ਜ਼ੋਰ ਦੀ ਲੱਤ ਮਾਰੀ, ਮੁਚਕੰਦ ਰਿਖੀ ਸੀ ਜਿਹੜਾ ਉੱਠ ਕੇ ਖੜਾ ਹੋ ਗਿਆ, ਬੜਾ ਗੁੱਸੇ ਵਿੱਚ ਆਇਆ ਤੇ ਆਪਣੀ ਦ੍ਰਿਸ਼ਟੀ ਦੇ ਵਿੱਚ ਰੋਦਰ ਰਸ ਭਰ ਕੇ ਇਹਨੂੰ ਸਾਧ ਸੰਗਤ ਉੱਥੇ ਆਪਣੀ ਭਗਤੀ ਦੇ ਤੇਜ ਪ੍ਰਤਾਪ ਦੇ ਨਾਲ ਹੀ ਗੁੱਸੇ ਦੇ ਨਾਲ ਭਸਮ ਕਰ ਦਿੱਤਾ ਸੀ। ਇਸ ਤਰ੍ਹਾਂ ਕਰਕੇ ਜਿਹੜਾ ਕਾਲ ਜਮਨ ਦਾ ਸੰਘਾਰ ਹੋਇਆ ਸੀ, ਕ੍ਰਿਸ਼ਨ ਜੀ ਨੇ ਨੀਤੀ ਦੇ ਨਾਲ ਕਾਲ ਜਮਨ ਦਾ ਸੰਘਾਰ ਕੀਤਾ, ਉਹਨੂੰ ਦੁਨੀਆ ਦੇ ਉੱਤੋਂ ਤੋਰਿਆ। ਇੱਥੇ ਕਵੀ ਜੀ ਕਹਿ ਰਹੇ ਹਨ, ਕਾਲ ਜਮਨ ਜੋ ਕ੍ਰਿਸ਼ਨ ਸੰਘਾਰਾ। ਜਿਹੜਾ ਕਾਲ ਜਮਨ ਕ੍ਰਿਸ਼ਨ ਜੀ ਨੇ ਸੰਘਾਰ ਦਿੱਤਾ ਸੀ, ਖਤਮ ਕਰ ਦਿੱਤਾ ਸੀ, ਰਹਿਓ ਸਕਲਪ ਜਨਮ ਦਿਨ ਧਾਰਾ। ਪਰ ਉਹਦੇ ਮਨ ਦੇ ਵਿੱਚ ਫੁਰਨਾ ਰਹਿ ਗਿਆ। ਗੁਰਬਾਣੀ ਗੁਰਮਤਿ ਦਾ ਸਿਧਾਂਤ ਇਸ ਗੱਲ ਨੂੰ ਮੰਨਦਾ ਹੈ ਵੀ ਮਰਨ ਵੇਲੇ ਜਿਸ ਤਰ੍ਹਾਂ ਦਾ ਫੁਰਨਾ ਬੰਦੇ ਦੇ ਮਨ ਦੇ ਵਿੱਚ ਹੋਵੇ, ਉਸ ਤਰ੍ਹਾਂ ਦੀ ਅੱਗੇ ਜੂਨ ਮਿਲ ਜਾਂਦੀ ਹੈ। ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ। ਜਿਸ ਤਰ੍ਹਾਂ ਦੀ ਬਾਸ਼ਨਾ ਬੱਧਾ ਆਵੇ ਜਾਏ, ਬਾਸ਼ਨਾ ਦਾ ਬੰਨਿਆ ਹੋਇਆ ਮਨੁੱਖ ਮੁੜ ਮੁੜ ਧਰਤੀ ਦੇ ਉੱਤੇ ਉਹੇ ਜਿਹੀਆਂ ਜੂਨਾਂ ਧਾਰਨ ਕਰਕੇ ਆਉਂਦਾ ਹੈ। ਗੁਰਬਾਣੀ ਵਿੱਚ ਆਪਾਂ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਉਹ ਸ਼ਬਦ ਪੜ੍ਹਦੇ ਹਾਂ। ਲక్ష్ਮੀ ਨੂੰ ਚੇਤੇ ਕਰਦਾ ਮਰ ਗਿਆ ਤਾਂ ਅਗਲੀ ਜੂਨ ਜਿਹੜੀ ਸੱਪ ਦੀ ਮਿਲ ਜਾਵੇਗੀ। ਪੁੱਤਰਾਂ ਧੀਆਂ ਨੂੰ ਚੇਤੇ ਕਰਦਾ ਮਰ ਗਿਆ, ਸੂਰ ਦਾ ਜਨਮ ਮਿਲ ਜਾਵੇਗਾ, ਸੂਰੀ ਦਾ ਬਹੁਤ ਬੱਚੇ ਉਹਦੇ ਹੁੰਦੇ ਆ। ਇਸੇ ਤਰ੍ਹਾਂ ਸੁੰਦਰ ਮਹੱਲਾ ਨੂੰ ਯਾਦ ਕਰਦਾ ਮਰ ਗਿਆ, ਪ੍ਰੇਤ ਬਣ ਕੇ ਉੱਥੇ ਘੁੰਮਦਾ ਫਿਰੇਗਾ। ਜੇ ਅੰਤਕਾਲ ਵਾਹਿਗੁਰੂ ਚੇਤੇ ਹੈ ਤੇ ਫਿਰ ਸਾਧ ਸੰਗਤ ਜੀ ਮੁਕਤ ਹੋ ਜਾਏਗਾ। ਇਹ ਗੁਰਮਤਿ ਦਾ ਸਿਧਾਂਤ ਗੁਰਬਾਣੀ ਦੇ ਵਿੱਚ ਧਰਮਾਂ ਦਾ ਸਿਧਾਂਤ ਦੱਸਿਆ ਕਿ ਧਾਰਮਿਕ ਲੋਕ ਇਸ ਤਰ੍ਹਾਂ ਦੀ ਮਾਨਤਾ ਦਿੰਦੇ ਆ। ਸੋ ਅੰਤ ਸਮੇਂ ਇਹਦੇ ਮਨ ਦੇ ਵਿੱਚ ਸੰਕਲਪ ਰਹਿ ਗਿਆ, ਜਿਸ ਕਰਕੇ ਇਹਨੇ ਦੁਬਾਰਾ ਤਨ ਧਾਰਿਆ, ਦੁਬਾਰਾ ਜਨਮ ਲਿਆ। ਮਥੁਰਾ ਕਤਲ ਕਰੋ ਅਰ ਪੁਰਖ। ਸੰਕਲਪ ਕੀ ਸੀ, ਮਨ ਦਾ ਫੁਰਨਾ ਕੀ ਸੀ? ਚੜ੍ਹਾਈ ਕਰਕੇ ਆਇਆ ਸੀ ਕਿ ਮੈਂ ਆ ਮਥੁਰਾਪੁਰੀ ਨੂੰ ਸਾਰੀ ਨੂੰ ਉਜਾੜ ਦੇਵਾਂਗਾ ਤੇ ਵੈਰੀ ਦਾ ਨਗਰ ਹੈ, ਇੱਥੇ ਭਾਰੀ ਕਤਲੇਆਮ ਮਚਾਵਾਂਗਾ। ਬਹੁਤ ਭਾਰੀ ਫੌਜ ਲੈ ਕੇ ਇਹ ਆਇਆ ਸੀ। ਔਰ 10ਵੇਂ ਪਾਤਸ਼ਾਹ ਨੇ ਲਿਖਿਆ, ਇੰਨੀ ਫੌਜ ਇਹ ਭਾਰੀ ਗਿਣਤੀ ਵਿੱਚ ਨਾਲ ਲੈ ਕੇ ਆਇਆ ਨਾ ਵੀ ਜਿੱਥੇ ਰੁਕ ਜਾਂਦਾ ਸੀ, ਜਿੱਥੇ ਟਿਕਾਣਾ ਕਰਦਾ ਸੀ, ਇੰਨੇ ਘੋੜੇ ਇਹਦੀ ਫੌਜ ਦੇ ਵਿੱਚ ਸਨ ਕਿ ਰਾਤ ਨੂੰ ਜਿੱਥੇ ਘੋੜਿਆਂ ਨੇ ਰੁਕਣਾ, ਸਵੇਰ ਨੂੰ ਉਸ ਜਗ੍ਹਾ ਦੇ ਉੱਤੇ ਘੋੜਿਆਂ ਦੇ ਪਿਸ਼ਾਬ ਦੇ ਨਾਲ ਚੋਆ ਚੱਲ ਪੈਂਦਾ ਸੀ, ਨਦੀ ਚੱਲ ਪੈਂਦੀ ਸੀ। ਸੋ ਮਨ ਦੇ ਵਿੱਚ ਇਹ ਵਾਸ਼ਨਾ ਰਹਿ ਗਈ, ਮਨ ਦੇ ਵਿੱਚ ਇਹ ਫੁਰਨਾ ਰਹਿ ਗਿਆ ਕਿ ਇਹ ਜਿਹੜੀ ਨਗਰੀ ਹੈ ਮਥੁਰਾ, ਇਹਨੂੰ ਮੈਂ ਉਜਾੜਨਾ ਸੀ ਤੇ ਇੱਥੋਂ ਦੇ ਵਸਨੀਕਾਂ ਨੂੰ, ਇੱਥੋਂ ਦੇ ਵੈਰੀਆਂ ਨੂੰ ਮੈਂ ਕੱਟ ਵੱਢ ਕੇ ਮਾਰਨਾ ਸੀ। ਪ੍ਰਥਮ ਮਰਤਿਉ ਰਹਿਓ ਮਨੋਰਥ ਉਰਕ। ਮਰਦੇ ਸਮੇਂ ਅਜਿਹਾ ਇਹਦੇ ਮਨ ਵਿੱਚ ਸੰਕਲਪ ਰਹਿ ਗਿਆ। ਅਹਿਮਦ ਸ਼ਾਹ ਨਾਮ ਜਸ ਭਇਓ। ਸੋ ਇਹ ਜਿਹੜਾ ਦੁਬਾਰੇ ਜਨਮ ਲੈਂਦਾ ਹੈ, ਇਹ ਨਾਦਰ ਸ਼ਾਹ ਦੇ ਰੂਪ ਵਿੱਚ ਜਨਮ ਲੈਂਦਾ। ਇੱਥੇ ਤੱਕ ਨਾਦਰ ਸ਼ਾਹ ਦੀ ਗੱਲ ਕੀਤੀ ਹੈ। ਅਗਾਂਹ ਫਿਰ ਕਵੀ ਜੀ ਜਾਰੀ ਕਰਨਗੇ, ਕਿਉਂਕਿ ਇੱਥੇ ਸਮਾਪਤੀ ਵਾਲੇ ਪ੍ਰਸੰਗ ਆ ਨਾ, ਤੇ ਥੋੜ੍ਹਾ ਥੋੜ੍ਹਾ ਕਰਕੇ ਸਾਰੇ ਪ੍ਰਸੰਗ ਹੀ ਕਵੀ ਜੀ ਨੇ ਇਕੱਠੇ ਕਰ ਦਿੱਤੇ ਹੈ। ਅੱਗੇ ਦੱਸਦੇ ਆ ਵੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ, ਪ੍ਰਥਮ ਗੁਰੂ ਦਸਵੇਂ ਕਹਿ ਦਇਓ। ਇਹਦੇ ਹਮਲੇ ਦੀ ਬਾਬਤ ਵੀ 10ਵੇਂ ਪਾਤਸ਼ਾਹ ਨੇ ਪਹਿਲਾਂ ਹੀ ਵਚਨ ਕਹਿ ਦਿੱਤੇ ਸਨ। ਮਾਝੇ ਵਿਖੇ ਪ੍ਰਥਮ ਬਲ ਘਾਲਾ। ਇਹ ਅਹਿਮਦ ਸ਼ਾਹ ਅਬਦਾਲੀ ਪੱਛਮ ਦੇ ਵੱਲੋਂ ਚੜ੍ਹ ਕੇ ਆਇਆ ਤੇ ਇਹਨੇ ਸਾਧ ਸੰਗਤ ਜੀ
ਮਾਝੇ ਦੀ ਧਰਤੀ ਦੇ ਉੱਤੇ ਪਹਿਲਾਂ ਆ ਕੇ ਆਪਣਾ ਬਲ ਦਿਖਾਇਆ, ਜ਼ੋਰ ਦਿਖਾਇਆ, ਹਮਲੇ ਕੀਤੇ। ਲੂਟਤ ਕੋਟ ਤੇ ਆਏ ਉਤਾਲਾ, ਲੁੱਟਦਾ ਹੋਇਆ, ਲੋਕਾਂ ਨੂੰ ਕੁੱਟਦਾ ਹੋਇਆ, ਮਾਰ ਮਰਾਈ ਕਰਦਾ, ਇਹ ਬਲ ਬੜੇ ਜਲਦੀ ਦੇ ਨਾਲ ਅੱਗੇ ਨੂੰ ਵੱਧ ਰਿਹਾ ਹੈ। ਹੋਰੇ ਸਿੰਘ ਭਏ ਤਸ ਕਾਲਾ, ਉਸ ਵੇਲੇ ਸਾਧ ਸੰਗਤ ਜੀ ਇਹਨੇ ਇੰਨਾ ਕਤਲੇਆਮ ਕੀਤਾ ਵੀ ਸਿੰਘ ਜਿਹੜੇ ਬਹੁਤ ਥੋੜੀ ਗਿਣਤੀ ਵਿੱਚ ਰਹਿ ਗਏ। ਸੂਰ ਵੀਰਤਾ ਧਰੈ ਵਿਸਾਲਾ, ਪਰ ਫਿਰ ਵੀ ਸੂਰਬੀਰਤਾ ਬਹੁਤ ਆ ਸਿੰਘਾਂ ਦੇ ਵਿੱਚ, ਬਹਾਦਰੀ ਬਹੁਤ ਧਾਰਨ ਕੀਤੀ ਹੋਈ ਸਿੰਘਾਂ ਨੇ। ਰਣ ਕਾਲਿਓ ਸਨਮੁਖ ਰਿਪ ਹੋਏ, ਵੈਰੀ ਦੇ ਸਾਹਮਣੇ ਮੱਥੇ ਹੋ ਕੇ ਰਣ ਘਾਲਦੇ ਆ, ਮੈਦਾਨੇ ਜੰਗ ਵਿੱਚ ਜੂਝਦੇ ਹਨ। ਸੈਨਾ ਅਦਬ ਕਰੈ ਕਿਆਸ ਹੋਏ, ਪਰ ਕੀ ਕਰ ਸਕਦੇ ਆ, ਬਸ ਨਹੀਂ ਚੱਲਦਾ। ਅੱਗੇ ਜਿਹੜੀ ਸੈਨਾ ਹੈ, ਅੱਗੇ ਜਿਹੜੀ ਫੌਜ ਹੈ, ਅਹਿਮਦ ਸ਼ਾਹ ਅਬਦਾਲੀ ਦੀ ਬਹੁਤ ਭਾਰੀ ਗਿਣਤੀ ਵਿੱਚ ਹੈ। ਤਉ ਹਜ਼ਾਰਨ ਕੇ ਹੱਥ ਪ੍ਰਾਨਾ, ਫਿਰ ਵੀ ਸਿੰਘਾਂ ਨੇ ਬਹਾਦਰੀ ਦੇ ਨਾਲ ਹਜ਼ਾਰਾਂ ਵੈਰੀਆਂ ਦੇ ਪ੍ਰਾਣਾਂ ਦੀ ਹੱਤਿਆ ਕੀਤੀ, ਹਜ਼ਾਰਾਂ ਵੈਰੀਆਂ ਨੂੰ ਮਾਰ ਮੁਕਾਇਆ। ਕਰਿਓ ਦੁੱਧ ਕੋ ਕਟ ਮਾਨਾ, ਇਹ ਜਿਹੜਾ ਦੁਸ਼ਟ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ ਸੀ, ਇਹਨੂੰ ਮਹਾਨ ਕਸ਼ਟ ਦਿੱਤਾ, ਦੁੱਖ ਦਿੱਤਾ। ਤੋਰੇ ਬਹੁਤ ਗਿਨੇ ਨੇ ਸਿੰਘ, ਕਿਉਂਕਿ ਸਿੰਘ ਇਹ ਨਹੀਂ ਗਿਣਦੇ ਸੀ ਵੀ ਅਸੀਂ ਥੋੜੇ ਐ, ਤੇ ਅੱਗੇ ਦੁਸ਼ਮਣ ਜਿਹੜਾ ਬਹੁ ਗਿਣਤੀ ਵਿੱਚ ਹੈ। ਨਿਰਭੈ ਦਰੈਜ ਮਕਾਨਨ ਸਿੰਘ, ਨਿਰਭੈ ਹੋ ਕੇ ਸਿੰਘ ਬੜੀ ਬਹਾਦਰੀ ਨਾਲ ਲੜਦੇ ਸੀ, ਜਿਵੇਂ ਜੰਗਲ ਦੇ ਵਿੱਚ ਸ਼ੇਰ ਇਕੱਲਾ ਹੀ ਬੁੱਕਦਾ ਹੈ। ਕੇਰਲੀ ਨੇ ਕਥਾਨ ਕਨੇਰੇ, ਇੱਕ ਥਾਂ ਦੇ ਉੱਤੇ ਸਿੰਘ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਸਨ। ਅਹਿਮਦ ਸ਼ਾਹ ਅਬਦਾਲੀ ਨੇ, ਇਹਦੀਆਂ ਫੌਜਾਂ ਨੇ ਆ ਕੇ ਸਿੰਘਾਂ ਨੂੰ ਘੇਰਾ ਪਾ ਲਿਆ। ਸਿਰ ਕਾਟੇ ਸੌਕੇ ਤਸਵੇਰੇ, ਸਾਰੇ ਸਿੰਘਾਂ ਦੇ ਸਿਰ ਕੱਟ ਕੇ ਵੱਢ ਕੇ ਸਿੱਟ ਦਿੱਤੇ ਅਬਦਾਲੀ ਦੀਆਂ ਫੌਜਾਂ ਨੇ। 20,000 ਗਿਣਤ ਮੈਂ ਆਏ, ਔਰ ਗਿਣਤੀ ਜਦੋਂ ਉਹਨਾਂ ਦੀ ਕੀਤੀ ਤੇ ਗਿਣਤੀ ਦੇ ਵਿੱਚ 20,000 ਸਿੰਘ, 20,000 ਸਿੱਖ ਗਿਣੇ ਗਏ, ਇੱਕੇ ਦਿਨ ਸ਼ਹੀਦ ਕੀਤੇ। ਕਿਤ ਕਿਤ ਰਾਏ ਨ ਦ੍ਰਿਟੀ ਆਏ, ਕਿਤੇ ਕਿਤੇ ਕੋਈ ਟਾਵਾਂ ਸਿੰਘ ਰਿਹਾ, ਹੁਣ ਸਿੰਘ ਨਜ਼ਰ ਨਹੀਂ ਆਉਂਦੇ ਆਮ। ਤਿਸ ਰਣ ਕੋ ਅਬਲਉ ਨਦਨ ਹੈ, ਉਸ ਲੜਾਈ ਨੂੰ, ਉਸ ਯੁੱਧ ਨੂੰ, ਉਸ ਜੰਗ ਨੂੰ ਹੁਣ ਤੱਕ ਲੋਕ ਜਾਣਦੇ ਹਨ। ਘੱਲੂਘਾਰਾ ਨਾਮ ਸੁਖ ਹੈ, ਇਹਨੂੰ ਵੱਡਾ ਘੱਲੂਘਾਰਾ ਕਹਿ ਕੇ ਜਾਣਿਆ ਜਾਂਦਾ ਹੈ। ਕੋਪਰ ਹੀੜੇ ਦੇ ਮੈਦਾਨ ਵਿੱਚ 20 ਤੋਂ 25,000 ਸਿੱਖ ਜਿਹੜਾ ਸਾਧ ਸੰਗਤ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਕਤਲ ਕੀਤਾ, ਇਹਨੂੰ ਘੱਲੂਘਾਰਾ, ਵੱਡਾ ਘੱਲੂਘਾਰਾ ਕਹਿੰਦੇ ਹਨ। ਲਾਪਰ ਮੈਂ ਮਲੇ ਸਥਿਰ ਹੋਏ, ਸੋ ਇਹ ਜਿਹੜਾ ਮਲੇਸ਼ ਹੈ, ਜਾ ਕੇ ਲਾਹੌਰ ਦੇ ਵਿੱਚ ਜਾ ਟਿਕਿਆ। ਸਿੰਘ ਹੋਣ ਨੇ ਪਾਵੇ ਕੋਏ, ਔਰ ਲਾਹੌਰ ਦੇ ਵਿੱਚ ਸਿੰਘ ਜਿਹੜੇ ਕੋਈ ਐ ਸਾਹਮਣੇ ਨਹੀਂ ਹੋ ਕੇ ਵਿਚਰਦੇ, ਕੋਈ ਸਿੰਘ ਉੱਗੇ ਨਹੀਂ ਹੁੰਦੇ। ਪੰਜ ਰਜਤ ਪਣਾ ਸਿਰ ਦੇ ਕਰੇ, ਕਾਰਨ ਕੀ ਸੀ? ਕਿਉਂਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਸੀ। ਜਿਹੜਾ ਕੋਈ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ, ਉਹਨੂੰ 5 ਰੁਪਏ ਚਾਂਦੀ ਦੇ ਦਿੱਤੇ ਜਾਂਦੇ। ਬਾਟੇ ਦੁੱਟ ਦਰਟ ਜੈ ਪਰੇ, ਔਰ ਜਦੋਂ ਵੀ ਇਹਨਾਂ ਦੀ ਨਜ਼ਰ ਪੈਂਦਾ ਕੋਈ ਸਿੱਖ, ਤੇ ਇਹ ਅਬਦਾਲੀ ਦੇ ਜਿਹੜੇ ਫੌਜੀ ਦੁਸ਼ਟ ਸੀ, ਉਸੇ ਵੇਲੇ ਸਿੰਘਾਂ ਨੂੰ ਵੱਢ ਦਿੰਦੇ ਸਨ। ਲਾਪੁਰ ਕੇ ਬਾਜ਼ਾਰ ਮੈਂ ਫੇਰ, ਔਰ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਫੇਰ ਕੇ ਚੜੇ ਸੀਸ ਲਾਇਓ ਬਨ ਢੇਰ, ਵੱਡਾ ਸਾਰਾ ਢੇਰ ਸਿੱਖਾਂ ਦੇ ਸਿਰ ਵੱਢ ਕੇ ਲਾਹੌਰ ਦੇ ਵਿੱਚ ਲਾ ਦਿੱਤਾ ਗਿਆ। ਸ੍ਰੀ ਅੰਮ੍ਰਿਤਸਰ ਜਬੈ ਉਸਾਰਾ, ਇੱਧਰ ਸਾਧ ਸੰਗਤ ਜੀ, ਕਵੀ ਜੀ ਹੁਣ ਇੱਕ ਹੋਰ ਇੱਥੇ ਦੱਸਦੇ ਆ, ਥੋੜੇ ਟੂਕ ਮਾਤਰ ਪ੍ਰਸੰਗ ਬੋਲ ਰਹੇ ਆ, ਲਿਖ ਰਹੇ ਆ। ਕਹਿੰਦੇ ਜਿਸ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਉਸਾਰੀ ਹੋਈ, ਗੁਰ ਅਰਜਨ ਤਵ ਸਰਾਪ ਉਤਾਰਾ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਹਿਜ ਸੁਭਾਏ ਇਹ ਸ਼ਰਾਬ ਵਾਲੇ ਬਚਨ ਉਚਾਰਨ ਕਰ ਦਿੱਤੇ ਸਨ। ਉਖਰੇ ਜੜਾ ਮਸੰਦਨ ਕੇਰੀ, ਮਸੰਦਾਂ ਦੀਆਂ ਜੜਾਂ ਉਖੜ ਜਾਣਗੀਆਂ, ਇਹ ਬਚਨ ਸਤਿਗੁਰੂ ਨੇ ਕੀਤੇ। ਤੀਰਤ ਨੀਵ ਪੋਰੀਏ ਹੇਰੀ, ਕਿਉਂ ਕੀਤੇ? ਕਿਉਂਕਿ ਸਤਿਗੁਰੂ ਦਾ ਬਚਨ ਸੀ ਭਾਈ, ਕੋਈ ਵੀ ਜਿਹੜੀ ਇੱਟ ਲਾਉਣੀ ਹੈ, ਇੱਥੇ ਚਣਾਈ ਕਰਨੀ ਆ, ਚਾਹੇ ਉਹ ਸੁਧਾਸਰ ਸਰੋਵਰ ਦੀ ਹੈ ਤੇ ਚਾਹੇ ਹਰਮੰਦਰ ਸਾਹਿਬ ਦੀ ਹੈ, ਨਹੀਂ ਆਪ ਰੱਖੀ ਸਾਈਂ ਮੀਆਂ ਮੀਰ ਜੀ ਦੇ ਨਾਲ ਸਤਿਗੁਰੂ ਨੇ ਉੱਪਰ ਜਿਹੜਾ ਮਿਸਤਰੀਆਂ ਨੇ ਕੰਮ ਕੀਤਾ, ਮਸੰਦ ਕੋਲ ਬਹਿ ਕੇ ਸੇਵਾ ਕਰਾਉਂਦੇ ਰਹੇ। ਉਹਨਾਂ ਵੇਲਿਆਂ ਵਿੱਚ ਆ ਸੀਮੈਂਟ ਆਦਿਕ ਨਹੀਂ ਸੀ ਹੁੰਦਾ। ਇਮਾਰਤ ਉਸਾਰੀ ਵਾਸਤੇ ਚੂਨਾ ਵਰਤਿਆ ਜਾਂਦਾ, ਚੂਨਾ ਗੱਚ ਇਮਾਰਤਾਂ ਬਣਦੀਆਂ। ਨਿੱਕੀ ਨਿੱਕੀ ਇੱਟ, ਛੋਟੀ ਛੋਟੀ ਇੱਟ ਦੇ ਨਾਲ ਉਸਾਰੀ ਹੁੰਦੀ। ਤੇ ਸਾਧ ਸੰਗਤ ਜੀ, ਚੂਨਾ ਜਿਹੜਾ ਮਸਾਂ ਤਿਆਰ ਕੀਤਾ ਜਾਂਦਾ,
ਸਤਿਗੁਰੂ ਦਾ ਬਚਨ ਸੀ ਕਿ ਭਾਈ ਚੂਨੇ ਦੇ ਵਿੱਚ ਲਾਉਣੀ ਹੈ, ਜਿਹੜੀ ਵੀ ਇੱਟ ਲਾਉਣੀ ਹੈ, ਗਾਰੇ ਵਿੱਚ ਨਹੀਂ ਲਾਉਣੀ। ਪਰ ਇਹ ਜਿਹੜੇ ਮਸੰਦ ਸੀ, ਇਹ ਮਿਸਤਰੀਆਂ ਨੂੰ, ਰਾਜ ਮਿਸਤਰੀਆਂ ਨੂੰ ਕਹਿ ਕੇ ਨਾ ਸਿਰਫ ਪਾਣੀ ਵਾਲੇ ਪਾਸੇ ਜਿਹੜਾ ਵਾਰ ਆਉਣਾ ਸੀ, ਰਦਾ ਆਉਣਾ ਸੀ, ਉਧਰਲੇ ਪਾਸੇ ਤਾਂ ਚੂਨਾ ਲਵਾ ਦਿਆ ਕਰਨ। ਉਹ ਤੋਂ ਪਿਛਲੀਆਂ ਜਿਹੜੀਆਂ ਇੱਟਾਂ ਸੀ ਉਹਨਾਂ ਦੀ ਗਾਰੇ ਵਿੱਚ ਚਣਵਾਈ ਸ਼ੁਰੂ ਕਰਵਾਤੀ ਇਹਨਾਂ ਨੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤੇ ਸਨ, ਕਹਿੰਦੇ ਭਾਈ ਆ ਹਰਮੰਦਰ ਸਾਹਿਬ, ਆ ਸੁਧਾਸਰ ਸਰੋਵਰ ਅੰਮ੍ਰਿਤਸਰ ਸਾਹਿਬ, ਇਹਦੀ ਚਿਣਾਈ ਹੋ ਰਹੀ ਹੈ, ਪਰ ਇਹਦੇ ਵਿੱਚ ਤੁਸੀਂ ਕਚਿਆਈ ਰੱਖ ਦਿੱਤੀ, ਕੱਚਾ ਕੰਮ ਕਰ ਦਿੱਤਾ, ਗਾਰੇ ਦੇ ਵਿੱਚ ਇੱਟਾਂ ਚਿਣ ਦਿੱਤੀਆਂ, ਇਹ ਨਹੀਂ ਸੀ ਹੋਣਾ ਚਾਹੀਦਾ। ਚਲੋ ਖੈਰ ਕੋਈ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦੁਸ਼ਮਣ ਆ ਕੇ ਇੱਕ ਵਾਰ ਢਾਉਣਗੇ, ਇੱਥੇ ਮਲੀਆ ਮੇਟ ਕਰਨਗੇ, ਪਰ ਸਾਡਾ ਖਾਲਸਾ ਮੁੜ ਕੇ ਇਹਨੂੰ ਪੂਰਾ ਪੱਕਾ ਬਣਾਵੇਗਾ। ਤੇ ਜਿਹੜੇ ਮਸੰਦਾਂ ਨੇ ਆਹ ਕੁਤਾਹੀ ਕੀਤੀ ਹੈ, ਆ ਨੀਹਾਂ ਪੋਲੀਆਂ ਰੱਖੀਆਂ, ਉਹਨਾਂ ਦੀਆਂ ਜੜ੍ਹਾਂ ਵੀ ਉਖੜ ਜਾਣਗੀਆਂ, ਨਾਸ਼ ਹੋ ਜਾਣਗੇ। ਇਹ ਵੀ ਬਿਨ ਸਜਾਏ ਇੱਕ ਵਾਰ, ਇਹ ਜਿਹੜਾ ਦਰਬਾਰ ਸਾਹਿਬ ਬਣਾਇਆ, ਸਰੋਵਰ ਬਣਾਇਆ, ਇੱਕ ਵਾਰੀ ਇੱਥੇ ਬਿਨ ਸਜਾਏਗਾ, ਖਤਮ ਹੋਏਗਾ, ਢਹਿ ਢੇਰੀ ਹੋਵੇਗਾ। ਸਿੱਖ ਮੇਰੇ ਤਬਲੇ ਉਸਾਰ, ਉਸ ਵੇਲੇ ਮੇਰੇ ਸਿੱਖ, ਮੇਰੇ ਗੁਰੂ ਘਰ ਦੇ ਸ਼ਰਧਾਲੂ ਲੋਕ ਜਿਹੜੇ ਐ ਉਹ ਦੁਬਾਰਾ ਉਸਾਰੀ ਕਰ ਲੈਣਗੇ। ਇਸੇ ਤੇ ਅਹਿਮਦ ਤੈ ਚਲੇ ਆਇਓ। ਇਹੀ ਕਾਰਨ ਸੀ ਸਾਧ ਸੰਗਤ ਕਿ ਦੁਸ਼ਮਣ ਦਲ ਉੱਥੇ ਚੜ੍ਹ ਕੇ ਆਇਆ, ਅਹਿਮਦ ਸ਼ਾਹ ਅਬਦਾਲੀ, ਹਰਮੰਦਰ ਬਾਰੂਦ ਉਡਾਇਓ। ਤੇ ਇਹਨੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਨੂੰ ਬਰੂਦ ਰੱਖ ਕੇ ਨਾ ਸਾਧ ਸੰਗਤ ਉਡਾ ਦਿੱਤਾ ਸੀ, ਸਾਰੀ ਇਮਾਰਤ ਤਹਿਸ਼ ਨਹਿਸ਼ ਕਰ ਦਿੱਤੀ ਸੀ। ਸਭ ਸੁਬਾਨ ਵੀ ਦਈ ਉਖੇਰ, ਜਿਹੜਾ ਸੁਧਾਸਰ ਸਰੋਵਰ ਹੈ, ਰਾਮਦਾਸ ਸਰੋਵਰ, ਨਹਾਤੇ ਸਭ ਉਤਰੇ ਪਾਪ ਕਮਾਤੇ, ਉਸ ਸਰੋਵਰ ਦੀਆਂ ਜਿਹੜੀਆਂ ਪੌੜੀਆਂ ਸਨ, ਇੱਟਾਂ ਸਨ, ਉਹ ਵੀ ਉਖੇੜ ਦਿੱਤੀਆਂ। ਤਾਲ ਭਇਓ ਮਿੱਤ ਕਾ ਚੌਂ ਫੇਰ, ਫਿਰ ਜਿਹੜਾ ਇਹ ਤਾਲ ਸੀ, ਪੂਰਨ ਤਾਲ ਖਟਾਇਆ। ਇਹ ਸਾਧ ਸੰਗਤ ਸੁਧਾਸਰ ਸਰੋਵਰ, ਅੰਮ੍ਰਿਤਸਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ। ਉਪਰ ਰਾਂਗੁਰ ਕੋ ਫਿਰਵਾਏ, ਮਿੱਟੀ ਭਰ ਕੇ ਐਨ ਬਰਾਬਰ ਕਰਕੇ, ਨਾ ਪੱਧਰਾ ਕਰਕੇ, ਤੇ ਉੱਤੇ ਹਲ ਚਲਵਾ ਦਿੱਤੇ। ਖੇਤੀ ਤਿਸ ਥਲ ਦਈ ਬਜਾਏ, ਇਸ ਸਥਾਨ ਦੇ ਉੱਤੇ ਕਿ ਮੈਂ ਸਿੱਖਾਂ ਦਾ ਮਲੀਆ ਮੇਟ ਕਰ ਦਿੱਤਾ, ਇਹਨਾਂ ਦਾ ਕੇਂਦਰੀ ਸਥਾਨ ਢਹਿ ਢੇਰੀ ਕਰ ਦਿੱਤਾ, ਨਾਮੋ ਨਿਸ਼ਾਨ ਨਾ ਰਹੇ। ਇਸ ਸੋਚ ਦੇ ਤਹਿਤ ਇਹ ਅਬਦਾਲੀ ਨੇ ਇੱਥੇ ਖੇਤੀ ਬਜਾ ਦਿੱਤੀ ਸੀ। ਦੀਸੋ ਜਾਰਤ ਲੰਘਤ ਤਾਇਓ, ਇਉਂ ਸਾਰਾ ਦੇਸ਼ ਉਜਾੜਦਾ ਹੋਇਆ ਸਾਧ ਸੰਗਤ ਜੀ ਇਹ ਅੱਗੇ ਲੰਘ ਗਿਆ। ਫਿਰ ਇੱਥੇ ਕਵੀ ਜੀ ਅੱਗੇ ਦੱਸਦੇ ਆ ਵੀ ਨਾਦਰ ਸ਼ਾਹ ਜਿਹੜਾ ਕਾਲ ਜਮਨ ਸੀ, ਨਾਦਰ ਸ਼ਾਹ ਬਣ ਕੇ ਕਿਵੇਂ ਆਇਆ। ਕਹਿੰਦੇ ਜਦੋਂ ਨਾਦਰ ਨੇ ਪਹਿਲਾਂ ਹਮਲੇ ਕੀਤੇ ਨਾ 1800 ਬਿਕਰਮੀ ਦੇ ਆਰੰਭ ਦੇ ਵਿੱਚ ਹੀ, ਸੋ ਉਸ ਵੇਲੇ ਨਾਦਰ ਸ਼ਾਹ ਜਿਹੜਾ ਸਾਰੇ ਦੇਸ਼ ਨੂੰ ਉਜਾੜਦਾ ਹੋਇਆ ਲੰਘਦਾ ਗਿਆ, ਅੱਗੇ ਲੁੱਟਦਾ ਹੋਇਆ। ਹੀਰਾਪੁਰ ਮਥੁਰਾ ਟਿਕ ਪਾਇਓ, ਇਹਨੇ ਅੱਗੇ ਜਾ ਕੇ ਮਥੁਰਾ ਦੇ ਵਿੱਚ ਡੇਰਾ ਕੀਤਾ। ਲੋਕ ਨਗਰ ਕੇ ਜਿਤ ਸਵੇਰੇ, ਉਸ ਵੇਲੇ ਇਹ ਤੋਂ ਡਰਦੇ ਮਾਰੇ ਨਗਰ ਦੇ, ਮਥੁਰਾ ਦੇ ਨਿਵਾਸੀ ਜਿੰਨੇ ਲੋਕ ਸੀ, ਬ੍ਰਾਹਮਣ ਸਨ, ਬਾਣੀਏ ਸਨ, ਉਹ ਡਰਦੇ ਮਾਰੇ ਇਹਦੇ ਕੋਲ ਪਹੁੰਚੇ। ਬਣੀਏ ਆਦਿਕ ਆਏ ਕਨੇਰੇ, ਬਾਣੀਏ, ਵਪਾਰੀ ਇਤਿਆਦਿਕ ਜਿਹੜੇ ਲੋਕ ਸਨ ਸਾਰੇ ਪਹੁੰਚੇ। ਪਰ ਪਰ ਧਰੇ ਉਪਾਇਨ ਲਿਆਏ, ਇਹ ਤੋਂ ਡਰਦੇ ਮਾਰਿਆ ਨੇ ਨਾ ਵੀ ਸਾਨੂੰ ਲੁੱਟੀ ਨਾ, ਆਪ ਹੀ ਜਿਹੜੀਆਂ ਕੀਮਤੀ ਵਸਤੂਆਂ ਇਹਦੀ ਭੇਟਾ ਲਿਆ ਕੇ ਕਰ ਦਿੱਤੀਆਂ। ਉਤਰਿਓ ਵੈਰ ਤਾਂ ਨੇੜਾਈ, ਉੱਥੇ ਨੇੜੇ ਜਾ ਕੇ ਮਥੁਰਾ ਦੇ ਇਹਨੇ ਉਤਾਰਾ ਕਰ ਲਿਆ ਆਪਣੀਆਂ ਫੌਜਾਂ ਸਮੇਤ। ਈਦ ਜਾਣਕ ਇੱਕ ਚਲ ਗਈ, ਇੱਕ ਅਚਾਨਕ ਕਿਸੇ ਪਾਸੋਂ ਇੱਟ ਚੱਲੀ, ਕਿਸੇ ਨੇ ਵਗਾ ਕੇ ਮਾਰੀ। ਅਹਿਮਦ ਕੇ ਮੁਖ ਲਾਗਤ ਪਈ, ਸੋ ਇਹ ਜਿਹੜਾ ਨਾਦਰ ਸ਼ਾਹ ਸੀ ਨਾ, ਸਾਧ ਸੰਗਤ ਜੀ, ਇਹਦੇ ਮੂੰਹ ਦੇ ਉੱਤੇ ਆ ਕੇ ਵੱਜੀ। ਅਹਿਮਦ ਸ਼ਾਹ ਅਬਦਾਲੀ ਦੇ ਜਿਹੜੀ ਇੱਟ ਵੱਜੀ ਸੀ, ਉਹ ਦਰਬਾਰ ਸਾਹਿਬ ਨੂੰ ਜਦੋਂ ਬਰੂਦ ਨਾਲ ਉਡਾਇਆ, ਉਸ ਵੇਲੇ ਸਾਧ ਸੰਗਤ ਇਹਦੇ ਨੱਕ ਤੇ ਵੱਜੀ ਸੀ ਆ ਕੇ, ਨਸੂਰ ਬਣ ਗਿਆ ਸੀ। ਫਿਰ ਇਹ ਇਹਦੇ ਖਾਤਮੇ ਦਾ ਕਾਰਨ ਬਣੀ ਸੀ। ਪਰ ਜਿਹੜਾ ਨਾਦਰ ਸ਼ਾਹ, ਇਹਦੇ ਮਥੁਰਾ ਜਾ ਕੇ ਇੱਟ ਵੱਜੀ ਹੈ। ਇਸ ਕਰ ਲੋਕਨ ਕੀ ਦਸਹੀਰਾ, ਉਸ ਵੇਲੇ ਬੜਾ ਗੁੱਸੇ ਹੋਇਆ, ਲੋਕਾਂ ਦੇ ਵੱਲ ਬੜਾ ਇਹਨੇ
ਭੈੜੀਆਂ ਨਜ਼ਰਾਂ ਨਾਲ ਗੁੱਸੇ ਨਾਲ ਦੇਖਿਆ। ਕਰਿਓ ਹੁਕਮ ਕਟਿਆ ਤਸਬੇਰਾ। ਫੌਜ ਨੂੰ ਹੁਕਮ ਕਰ ਦਿੱਤਾ, ਕਹਿੰਦਾ ਇਸੇ ਵੇਲੇ ਸਾਰਿਆਂ ਦੀ ਕਟਾ ਵੱਢੀ ਸ਼ੁਰੂ ਕਰ ਦਿਓ। ਤਾਹੇ ਮਲੇਸ਼ ਪਰੇ ਤਬ ਕੈਸੇ। ਮਲੇਸ਼ ਫੌਜ ਸੀ ਜਿਹੜੀ ਗਿਲਜਿਆਂ ਦੀ, ਪਠਾਣਾਂ ਦੀ, ਉਹ ਸਾਧ ਸੰਗਤ ਧਾ ਕੇ ਦੌੜ ਕੇ ਪੈ ਗਈ ਲੋਕਾਂ ਨੂੰ। ਮਿਰਗਾਵਲ ਪਰ ਕੇਹਰ ਜੈਸੀ। ਜਿਵੇਂ ਮਿਰਗਾਂ ਦੀ ਡਾਰ ਦੇ ਉੱਤੇ ਸ਼ੇਰ ਟੁੱਟ ਕੇ ਪੈਂਦੇ ਹਨ। ਪੁਰ ਜਨ ਰਤਨ ਲੁਟਿਓ ਪੁਰ ਸਾਰਾ। ਨਗਰ ਦੇ ਮਥੁਰਾ ਦੇ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ, ਸਾਰਾ ਨਗਰ ਲੁੱਟ ਲਿਆ। ਆਮੀ ਦਲ ਮੈਂ ਬਹੁਦਾਰਾ। ਉਸ ਵੇਲੇ ਸਾਧ ਸੰਗਤ ਬਾਣੀਆਂ ਦੀਆਂ, ਬ੍ਰਾਹਮਣਾਂ ਦੀਆਂ, ਹਿੰਦੂਆਂ ਦੀਆਂ ਜਿਹੜੀਆਂ ਘਰ ਵਾਲੀਆਂ ਸਨ ਉਹ ਪਕੜ ਕੇ ਲਿਆਂਦੀਆਂ। ਹਰੀ ਸਿੰਘ ਤਬ ਤੋ ਤਾਹੀ। ਜਿਹੜਾ ਮਾਤਾ ਦਾ ਪੋਤਰਾ ਹਠੀ ਸਿੰਘ ਹੈ ਉਹ ਵੀ ਉਸ ਵੇਲੇ ਮਥੁਰਾ ਵਿੱਚ ਹੀ ਰਹਿੰਦਾ ਸੀ। ਲਾਡੋ ਰਿਓ ਆਪਨ ਕਰਮਾਈ। ਪਰ ਇਹਨੇ ਤਕੜਾਈ ਕਰਕੇ ਰੱਖੀ, ਆਪਣੇ ਘਰ ਦੇ ਨੇੜੇ ਨਾ ਫਟਕਣ ਦਿੱਤਾ ਕਿਸੇ ਨੂੰ। ਨਿਗੜਿਆ ਨੇ ਦਿਓ ਨ ਕੋਈ। ਕੋਈ ਵੀ ਨੇੜੇ ਨਾ ਆਉਣ ਦਿੱਤਾ। ਪੁੰਜਤ ਬਾਂਕ ਪ੍ਰਹਾਰੈ ਸੋਈ। ਜੇ ਕੋਈ ਨੇੜੇ ਆਉਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਫੌਜਾਂ ਨੇ, ਤਾਂ ਇਹਨਾਂ ਨੇ, ਇਹਦੇ ਨਾਲ ਦੇ ਬੰਦਿਆਂ ਨੇ ਅੰਦਰੋਂ ਗੋਲੀਆਂ ਦੀ ਵਾਛੜ ਕੀਤੀ। ਏਤਕ ਪੁਰ ਜਨ ਮੀਠ ਭਰੇ ਹੈ। ਕਿੰਨੇ ਹੀ ਲੋਕ ਆਪਣੀ ਜਾਨ ਬਚਾਉਣ ਵਾਸਤੇ ਨਗਰ ਦੇ ਇਹਦੇ ਘਰ ਵਿੱਚ ਆ ਵੜੇ। ਏਤਕ ਵੈਰ ਡਿਗ ਪੀਰ ਭਰੇ ਹੈ। ਕਿੰਨੇ ਇਹਦੇ ਘਰ ਦੇ ਬਾਹਰ ਵੱਡੇ ਟੁੱਕੇ ਹੋਏ, ਮਾਰੇ ਹੋਏ ਡਿੱਗੇ ਪਏ ਹਨ। ਸਗਲ ਦਿਓ ਸੁਵੈ ਕਰ ਸਿੰਘ ਖਾਲੀ। ਸੋ ਇਸ ਤਰ੍ਹਾਂ ਜਿਹੜੇ ਸਾਰੇ ਸਿੰਘ ਸਨ, ਸਾਧ ਸੰਗਤ ਜੀ, ਇਹ ਬੜੀ ਤਕੜਾਈ ਦੇ ਨਾਲ ਅੰਦਰ ਹਠੀ ਸਿੰਘ ਦੇ ਨਾਲ ਇਹ ਡਟੇ ਹੋਏ ਹਨ। ਗੁਰੂ ਕਾ ਹਤੀ ਦੂਰ ਅਰ ਠੰਡੀ। ਔਰ ਖੜੇ ਹੋ ਕੇ ਦੂਰੇ ਹੀ ਦੁਸ਼ਮਣ ਦੇ ਉੱਤੇ ਗੋਲੀਆਂ ਚਲਾਉਂਦੇ ਹਨ। ਇਸ ਬਦਿਆ ਦੀ ਰਾਤ ਬਿਤਾਈ। ਇਸ ਪ੍ਰਕਾਰ ਕਰਕੇ ਅੱਧੀ ਰਾਤ ਦਾ ਸਮਾਂ ਬਤੀਤ ਹੋ ਗਿਆ। ਹਰੀ ਸੰਗਤ ਰਹੀ ਚਹੀ ਚੜਾਈ। ਉਸ ਵੇਲੇ ਹਠੀ ਸਿੰਘ ਨੇ ਮਨ ਦੇ ਵਿੱਚ ਇੱਛਾ ਕੀਤੀ ਕਿ ਆਪਾਂ ਨੂੰ ਚੜ੍ਹਾਈ ਕਰਕੇ ਇਹਨਾਂ ਦੇ ਉੱਤੇ ਟੁੱਟ ਕੇ ਪੈ ਜਾਣਾ ਚਾਹੀਦਾ। ਜੀਨ ਤੁਰੰਗਨ ਪਰ ਤਬ ਪਾਈ। ਘੋੜਿਆਂ ਦੇ ਉੱਤੇ ਉਸ ਵੇਲੇ ਕਾਠੀਆਂ ਪਾ ਲਈਆਂ। ਘਰ ਮੈਂ ਚੋਬੇ ਬਹੁਤ ਲਾਈ। ਇਹਦੇ ਘਰ ਦੇ ਵਿੱਚ ਜਿਹੜੇ ਚੋਬਦਾਰ ਸਨ, ਚੋਬੇ ਨਾਮ ਚੋਬਦਾਰ ਦਾ ਵੀ ਹੈ, ਤੇ ਚੋਬੇ ਇੱਕ ਬ੍ਰਾਹਮਣਾਂ ਦਾ ਗੋਤ ਵੀ ਹੈ। ਦੂਬੇ, ਚੌਬੇ, ਇਸ ਤਰ੍ਹਾਂ ਇਹਨਾਂ ਦੇ ਗੋਤ ਹੁੰਦੇ ਆ। ਸਿੰਗਲਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਦੂਬੇ, ਚੌਬੇ, ਇਸ ਤਰ੍ਹਾਂ ਦੇ ਗੋਤ ਹੁੰਦੇ ਆ। ਜੇ ਬ੍ਰਾਹਮਣਾਂ ਦਾ ਅਰਥ ਲਈਏ ਤਾਂ ਇੱਥੇ ਜਿਹੜੇ ਚੋਬੇ ਬ੍ਰਾਹਮਣ ਉਹਨਾਂ ਨੇ ਆਖਿਆ, ਜਾਂ ਇਹਦੇ ਜਿਹੜੇ ਚੋਬੇ ਚੋਬਦਾਰ ਸਨ ਉਹਨਾਂ ਨੇ ਆਖਿਆ ਹਠੀ ਸਿੰਘ ਨੂੰ। ਜੇ ਕਰ ਗੁਰੂ ਕਹਾਵਨ ਆਛੀ। ਕਹਿੰਦਾ ਵੀ ਜੇ ਤੂੰ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ ਹਠੀ ਸਿੰਘ, ਚੋਰੀ ਨਿਕਸਨ ਕੋ ਨੈ ਬਾਂਛੀ। ਕਹਿੰਦਾ ਫਿਰ ਆ ਚੋਰੀ ਨਿਕਲਣ ਦੀ ਇੱਛਾ ਨਾ ਕਰ ਵੀ ਇੱਥੋਂ ਰਾਤ ਨੂੰ ਘੋੜਿਆਂ ਤੇ ਚੜ੍ਹੀਏ ਤੇ ਆਪਣੀ ਜਾਨ ਬਚਾ ਕੇ ਭੱਜ ਜਾਈਏ। ਕਮਨੋ ਆਪਨ ਬਜਾਏ ਨਗਾਰਾ। ਹਾਂ, ਕਹਿੰਦਾ ਤੂੰ ਪੁੱਤ ਪਤਾ ਕਿਹਦਾ ਕਹਾਉਣਾ ਹੈ? ਮਾਤਾ ਸੁੰਦਰੀ ਦਾ ਪੁੱਤਰ ਅਜੀਤ ਸਿੰਘ ਹੋਇਆ ਪਾਲਕ ਪੁੱਤਰ, ਤੇ ਤੂੰ ਅਜੀਤ ਸਿੰਘ ਦਾ ਪੁੱਤਰ ਅੱਗੇ ਮਾਤਾ ਦਾ ਪੋਤਰਾ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੋਤਰਾ ਕਹਾਉਣਾ। ਤੇ ਕੀ ਉਹ ਮੈਦਾਨੇ ਜੰਗ ਵਿੱਚੋਂ ਚੋਰੀ ਛੁਪੇ ਨਿਕਲ ਗਏ ਸਨ ਰਾਤ ਦੇ ਹਨੇਰੇ ਵਿੱਚ? ਨਹੀਂ, ਉਹ ਚਮਕੌਰ ਦੀ ਗੜੀ ਵਿੱਚ ਦੁਸ਼ਮਣ ਨੂੰ ਲਲਕਾਰ ਕੇ ਕਹਿ ਕੇ ਗਏ, ਪੀਰੇ ਹਿੰਦ ਮੇਰ ਵੱਧ ਹਿੰਦ ਦਾ ਪੀਰ ਜਾ ਰਿਹਾ ਹੈ, ਤਾੜੀ ਮਾਰੀ, ਜੇ ਕਿਸੇ ਦੇ ਵਿੱਚ ਹਿੰਮਤ ਹੈ ਤੇ ਆ ਕੇ ਰੋਕ ਲਵੀ। ਤੂੰ ਪੋਤਾ ਉਹਨਾਂ ਦਾ ਕਹਾਉਣਾ ਹੈ, ਪਰ ਜਾਣ ਵਾਸਤੇ ਕਾਹਲਾ ਹੈ ਵੀ ਰਾਤ ਦੇ ਹਨੇਰੇ ਵਿੱਚ ਜਾਨ ਬਚਾ ਕੇ ਨਿਕਲ ਜਾਈਏ। ਇਉਂ ਕਹਿੰਦੇ ਜਾਣਾ ਨਹੀਂ ਬਣਦਾ। ਜੇ ਜਾਣਾ ਤਾਂ ਨਗਾਰਾ ਵਜਾ ਕੇ ਦੁਸ਼ਮਣ ਨੂੰ ਲਲਕਾਰ ਕੇ ਜਾ। ਦਸਮ ਗੁਰੂ ਕੋ ਦਿਓ ਨਿਹਾਰਾ। ਹਾਂ, 10ਵੇਂ ਗੁਰੂ ਨੂੰ ਦੇਖ ਵੀ ਉਹ ਕਿਵੇਂ ਚਮਕੌਰ ਦੀ ਗੜੀ ਛੱਡ ਕੇ ਗਏ ਸਨ। ਅਲਬ ਬੈ ਕਛ ਨਹੀਂ ਵਿਚਾਰਾ। ਤੇ ਇਹ ਸਾਧ ਸੰਗਤ ਹਠੀ ਸਿੰਘ, ਇਹਦੀ ਛੋਟੀ ਉਮਰ ਹੈ ਹਲੇ, ਇਹਨੇ ਕੁਝ ਵਿਚਾਰ ਨਾ ਕੀਤੀ। ਛੱਡ ਹੈ ਪਰ ਤਬ ਹੁਕਮ ਉਚਾਰਾ। ਘੋੜੇ ਤੇ ਸਵਾਰ ਹੋ ਗਿਆ, ਨਾਲ ਦੇ ਸਾਥੀਆਂ ਨੂੰ ਹੁਕਮ ਕੀਤਾ। ਦੁੰਦਬ ਧੁਨ ਉੱਚੀ ਵਜਵਾਇਓ। ਕਹਿੰਦਾ ਵੀ ਉੱਚੀ ਧੁਨ ਦੇ ਵਿੱਚ ਨਗਾਰਾ ਵਜਾਓ। ਮੈਂ ਵੀ ਨਗਾਰਾ ਵਜਾ ਕੇ ਲੰਘੂਗਾ, ਐਵੇਂ ਕਾਇਰਾਂ ਵਾਂਗੂ ਲੁਕ ਛੁਪ ਕੇ ਨਹੀਂ ਬਾਹਰ ਜਾਣਾ। ਉੱਚੀ ਆਵਾਜ਼ ਦੇ ਵਿੱਚ ਨਗਾਰਿਆਂ ਤੇ ਚੋਟਾਂ ਲਾਈਆਂ। ਸੁਣ ਪਾਇਓ। ਜਦੋਂ ਸਾਧ ਸੰਗਤ ਜੀ ਇਹ ਤੇ ਜਾਣਾ ਸੁਣਿਆ, ਨਗਾਰੇ ਦੇ ਉੱਤੇ ਚੋਟਾਂ ਲੱਗਦੀਆਂ ਦੁਸ਼ਮਣਾਂ ਨੇ ਸੁਣੀਆਂ। ਦਿਨ ਮੈਂ ਜੋ ਮਵਾਸ ਦਿਗ ਰਹੀਓ। ਦਿਨ ਦੇ ਵਿੱਚ ਜਿਹੜੇ ਸਾਰਾ ਦਿਨ ਆਕੀ ਹੋਏ ਰਹੇ ਸਨ ਆਪਣੇ ਘਰ ਵਿੱਚ,
ਨਿਕਸਿਓ ਅਬੈ ਮਲੇਛਨ ਲਹਿਓ। ਇਹਨਾਂ ਮਲੇਸ਼ਾਂ ਨੇ, ਗਿਲਜੀਆਂ ਦੀ ਫੌਜ ਨੇ, ਪਠਾਣਾਂ ਦੀ ਫੌਜ ਨੇ ਜਾਣ ਲਿਆ, ਨਾਦਰ ਦੀ ਫੌਜ ਨੇ ਜਾਣ ਲਿਆ ਕਿ ਇਹ ਜਿਹੜਾ ਸਿੱਖ ਹੈਗੇ ਇੱਥੇ ਇਕੱਠੇ ਹੋਏ ਘਰ ਦੇ ਵਿੱਚ, ਇਹ ਨਿਕਲ ਕੇ ਜਾ ਰਹੇ ਹਨ। ਦਸਤਾ ਏਕ ਚਮੂ ਕੋ ਭਾਰੀ। ਉਸ ਵੇਲੇ ਪਠਾਣਾਂ ਦੀ ਫੌਜ ਦਾ ਇੱਕ ਭਾਰੀ ਦਸਤਾ ਓਰੜਿਆਨ ਪਰਿਓ ਬਲ ਧਾਰੀ। ਬੜਾ ਬਲ ਧਾਰ ਕੇ ਇਹਨਾਂ ਦੇ ਉੱਤੇ ਟੁੱਟ ਕੇ ਪੈ ਗਿਆ, ਹਮਲਾ ਕੀਤਾ। ਸਾਠੋ ਸਿੰਘ ਕਰੇ ਤਿਨ ਮਾਹੀ। 60 ਸਿੰਘ ਸੀ ਇਹਦੇ ਨਾਲ, 60 ਦੇ 60 ਹੀ ਉੱਥੇ ਘੇਰੇ ਵਿੱਚ ਆ ਗਏ। ਮਾਰਗ ਨਿਕਸਨ ਕੋ ਕਿਤਨਾਹੀ। ਕਿਸੇ ਪਾਸੇ ਨਿਕਲਣ ਦਾ ਕੋਈ ਰਸਤਾ ਨਾ ਬਚਿਆ। ਅਭੀ ਸਿੰਘ ਕੋ ਰਿਸ ਕਰ ਕਹਿਓ। ਉਸ ਵੇਲੇ ਜਿਹੜੇ ਸਿੱਖ ਸੀ ਨਾਲ ਇਹਦੇ, ਉਹਨਾਂ ਨੇ ਹਠੀ ਸਿੰਘ ਨੂੰ ਬੜਾ ਰੋਸ ਕਰਕੇ ਬੜੇ ਗੁੱਸੇ ਵਿੱਚ ਆਖਿਆ, ਬਾਲ ਵੈਸ ਅਨਜਾਨ ਨ ਰਹਿਓ। ਕਹਿੰਦੇ ਤੂੰ ਬਸ ਉਹੀ ਬਾਲਕ ਉਮਰ ਵਾਲਾ ਅਣਜਾਣ ਹੀ ਰਿਹਾ, ਤੈਂ ਭੇਦ ਨਹੀਂ ਜਾਣਿਆ ਵੀ ਚੁੱਪਚਾਪ ਵੀ ਆਪਾਂ ਲੰਘ ਸਕਦੇ ਸੀ। ਨਗਾਰੇ ਵਜਾਉਣ ਦੀ ਗੱਲ ਕੀਤੀ। ਭੱਜ ਜਾਓ ਜੇ ਭਾਜਿਓ ਜਾਏ। ਕਹਿੰਦੇ ਹੁਣ ਕਹਿੰਦੇ ਤੂੰ ਭੱਜ ਜਾ, ਜੇ ਜਾਨ ਬਚਾ ਕੇ ਭੱਜਣਾ ਚਾਹੁੰਦਾ, ਜੇ ਤੇਥੋਂ ਭੱਜਿਆ ਜਾਂਦਾ ਹੈ ਤਾਂ। ਆਮ ਤੋਂ ਮਰੇ ਹਜ਼ਾਰ ਨ ਕਾਏ। ਕਹਿੰਦੇ ਅਸੀਂ ਤਾਂ ਇੱਥੇ ਹੀ ਹੁਣ ਮੈਦਾਨੇ ਜੰਗ ਵਿੱਚ ਹਜ਼ਾਰਾਂ ਨੂੰ ਮਾਰ ਕੇ ਸ਼ਹੀਦ ਹੋਵਾਂਗੇ। ਸੋਪਰ ਜਲ ਤਰ ਤੁਤ ਪਲਾਇਓ। ਉਸ ਵੇਲੇ ਹਠੀ ਸਿੰਘ ਸੀ ਨਾ ਜਿਹੜਾ, ਇਹ ਸਾਧ ਸੰਗਤ ਡਰ ਗਿਆ। ਡਰ ਕੇ ਸਿੰਘਾਂ ਦੀ ਗੱਲ ਸੁਣ ਕੇ ਤੁਰਤ ਹੀ ਭੱਜ ਤੁਰਿਆ। ਬੱਚੇ ਬੱਚਿਓ ਪਰਤਗੜ ਮੈਂ ਪ੍ਰਸ਼ੁਸ਼ਾਇਓ। ਇਉਂ ਬਚਦਾ ਬਚਾਉਂਦਾ ਇਹ ਭਰਤਗੜ੍ਹ ਦੇ ਵਿੱਚ, ਭਰਤਪੁਰ ਦੇ ਵਿੱਚ ਜਾ ਪ੍ਰਵੇਸ਼ ਹੋਇਆ। ਰੂਪੇ ਸਿੰਘ ਹਥਿਆਰ ਸੰਭਾਲੇ। ਇਧਰ ਸਾਧ ਸੰਗਤ ਜੀ ਜਿਹੜੇ ਬਾਕੀ ਸਿੰਘ ਸੀ, ਉਹਨਾਂ ਨੇ ਆਪਣੇ ਹਥਿਆਰ ਸੰਭਾਲੇ ਗੁੱਸੇ ਵਿੱਚ ਆ ਕੇ। ਸਾਧੂ ਤੁਬਕ ਤੁਰਤ ਪਰ ਮਾਰੀ। ਸੋ ਤੁਰਕਾਂ ਦੇ ਨਾਲ ਲੜਾਈ ਹੋਈ। ਇਹ ਜਿਹੜੇ 60 ਦੇ 60 ਸੀ, ਤੁਰਕਾਂ ਦੀ ਭਾਰੀ ਫੌਜ ਨੇ ਇੱਥੇ ਮਾਰ ਦਿੱਤੇ। ਪੌਰ ਕਰੀ ਨੰਗੀ ਸ਼ਮਸ਼ੀਰ। ਉਸ ਵੇਲੇ ਸ਼ਮਸ਼ੀਰ ਨੰਗੀ ਕੀਤੀ, ਤਲਵਾਰ ਕੱਢ ਲਈ। ਮਾਰ ਮਲੇਸ਼ਨ ਕੋ ਸ਼ਮਸ਼ੀਰ। ਇਹ ਜਿਹੜੇ ਸਿੰਘ ਸੀ, ਇਹਨਾਂ ਨੇ ਵੀ ਸਾਧ ਸੰਗ ਸ਼ਹੀਦ ਹੋਣ ਤੋਂ ਪਹਿਲਾਂ ਸ਼ਮਸ਼ੀਰਾਂ ਕੱਢ ਕੇ ਬਹੁਤ ਸਾਰੇ ਵੈਰੀਆਂ ਨੂੰ ਮਾਰਿਆ। ਸ਼ੇਰਾਂ ਵਾਂਗੂ ਟੁੱਟ ਕੇ ਪਏ। ਰਾਤਾਂ ਦੇਰੀ ਸੂਝਣਾ ਆਈ। ਹਨੇਰੀ ਰਾਤ ਹੈ, ਅੱਧੀ ਰਾਤ ਹੈ, ਕੋਈ ਸਮਝ ਨਹੀਂ ਪੈਂਦੀ। ਆਪਸ ਮੈਂ ਤਲਵਾਰ ਚਲਾਈ। ਜਿਹੜੀਆਂ ਸਾਧ ਸੰਗਤ ਪਠਾਣਾਂ ਦੀਆਂ ਫੌਜਾਂ ਸੀ, ਗਿਲਜਿਆਂ ਦੀਆਂ, ਉਹਨਾਂ ਨੂੰ ਪਤਾ ਨਾ ਲੱਗੇ ਦੁਸ਼ਮਣ ਕੌਣ ਆ ਤੇ ਸਾਡੇ ਨਾਲ ਦਾ ਕੌਣ ਆ। ਆਪਸ ਦੇ ਵਿੱਚ ਹੀ ਕਟਾ ਵੱਢੀ ਕਰਕੇ ਮਰ ਗਏ ਤਲਵਾਰਾਂ ਚਲਾ ਕੇ। ਉਹਦੀ ਜਮੋਂ 10 ਦੋਏ ਹਜ਼ਾਰ। ਤੇ ਸਾਧ ਸੰਗਤ ਜੀ ਜਿਹੜੀ ਇਹ 10 ਤੇ 2000 12,000 ਜਿਹੜੀ ਫੌਜ ਸੀ, ਆਪਸ ਮੈਂ ਕੜ ਗਏ ਤਿਸ ਬਾਰ। ਉਸ ਵੇਲੇ ਆਪਸ ਵਿੱਚ ਹੀ ਲੜ ਲੜ ਕੇ ਮਰ ਗਏ। ਸਿੰਘ ਜੰਗ ਮੈਂ ਸੁਰਗ ਸਦਾਰੀ। ਇਹ ਜਿਹੜੇ 60 ਦੇ 60 ਸਿੰਘ ਸੀ, ਇਹ ਵੀ ਜੰਗ ਦੇ ਵਿੱਚ ਸਵਰਗ ਸੁਧਾਰ ਗਏ। ਦੁਰ ਹਜ਼ਾਰੋਂ ਤਹਾਂ ਪ੍ਰਹਾਰੀ। ਹਜ਼ਾਰਾਂ ਦੁਸ਼ਟਾਂ ਨੂੰ ਉੱਥੇ ਇਹਨਾਂ ਨੇ ਮਾਰਿਆ। ਹਰੀ ਸਿੰਘ ਤੈ ਤੇ ਨਿਕਸਿਓ। ਉਸ ਵੇਲੇ ਜਿਹੜਾ ਹਠੀ ਸਿੰਘ ਸੀ, ਇਹਨਾਂ ਦੀ ਗੱਲ ਸੁਣ ਕੇ ਚੁੱਪਕੇ ਜੇ ਉੱਥੋਂ ਨਿਕਲ ਗਿਆ ਸੀ। ਬੁਰਹਾਨਪੁਰੇ ਚਲ ਗਇਓ। ਪਹਿਲਾਂ ਇਹ ਭਰਤਪੁਰ ਗਿਆ, ਫਿਰ ਇੱਥੋਂ ਅੱਗੇ ਬੁਰਹਾਨਪੁਰ ਜਾ ਪਹੁੰਚਿਆ। ਬਸਿਓ ਤਾਂ ਬੜ ਸਦਨ ਚਨਾਏ। ਉੱਥੇ ਬੜਾ ਸੋਹਣਾ ਘਰ ਬਣਾ ਕੇ ਫਿਰ ਇਹ ਰਿਹਾ ਬੁਰਹਾਨਪੁਰ ਦੇ ਵਿੱਚ। ਬੁਰਹਾਨਪੁਰ ਵਿੱਚ ਸਾਧ ਸੰਗਤ ਜੀ, ਇਹ ਮੱਧ ਪ੍ਰਦੇਸ਼ ਦੇ ਵਿੱਚ ਪੈ ਜਾਂਦਾ, ਅੱਗੇ ਮਹਾਰਾਸ਼ਟਰ ਦੀ ਹੱਦ ਦੇ ਉੱਤੇ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀ ਇਤਿਹਾਸਕ ਗੁਰਦੁਆਰਾ ਹੈ। 10ਵੇਂ ਪਾਤਸ਼ਾਹ ਵੀ ਗਏ ਆ। ਆਪਾਂ ਪਿੱਛੇ ਪ੍ਰਸੰਗਾਂ ਵਿੱਚ ਸੁਣਿਆ ਸੀ ਕਿ 10ਵੇਂ ਪਾਤਸ਼ਾਹ ਜੀ ਨੂੰ ਇੱਕ ਸੰਤ ਮਿਲਿਆ, ਜਿਸ ਨੇ ਦੱਸਿਆ ਸੀ ਕਿ ਬ੍ਰਹਮਪੁੱਤਰ ਨਦੀ ਉੱਤੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਸੀ ਜਦੋਂ ਤੁਹਾਡੇ ਆਗਮਨ ਦੀ ਖਬਰ ਹੋਈ ਹੈ। ਤੁਸੀਂ ਪਟਨਾ ਸ਼ਹਿਰ ਵਿਖੇ ਭਵ ਲਿਓ, ਜਿਸ ਵੇਲੇ ਪ੍ਰਗਟ ਹੋਏ ਹੋ, ਉਸ ਵੇਲੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਮੈਂ ਭਾਵਨਾ ਕੀਤੀ ਸੀ ਕਿ ਮੈਂ ਜਾ ਕੇ ਤੁਹਾਡੇ ਬਾਲ ਰੂਪ ਵਿੱਚ ਦਰਸ਼ਨ ਕਰਨੇ ਚਾਹੁੰਦਾ ਹੈ, ਪਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਕੀਤੇ ਸੀ ਕਿ ਤੈਨੂੰ ਦਰਸ਼ਨ ਦੇਣ ਵਾਸਤੇ ਉਹ ਆਪ ਆ ਜਾਣਗੇ ਜਿੱਥੇ ਤੂੰ ਭਗਤੀ ਕਰਦਾ ਹੋਵੇਂਗਾ। ਉਸ ਤੋਂ ਬਾਅਦ ਇਹ ਸੰਤ ਆ ਕੇ ਬੁਰਹਾਨਪੁਰ ਰਿਹਾ ਸੀ। ਸੋ ਪਹਿਲੇ ਪਾਤਸ਼ਾਹ 10ਵੇਂ ਪਾਤਸ਼ਾਹ ਇੱਥੇ ਗਏ। ਉਹਨਾਂ ਦੇ ਯਾਦਗਾਰੀ ਅਸਥਾਨ ਵੀ ਹਨ। ਬੁਰਹਾਨਪੁਰ ਤਾਪਤੀ ਨਦੀ ਦੇ ਕਿਨਾਰੇ ਬੜਾ ਘੁੱਗ ਵਸਦਾ ਸ਼ਹਿਰ ਹੈ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ, ਜਿਹੜਾ ਇਹ ਹਠੀ ਸਿੰਘ ਹੈ, ਇਹ ਹਠੀ ਸਿੰਘ ਤੇ ਨਾਲ ਇਹਦੀ ਮਾਤਾ, ਜੋ ਇਹਨੇ ਵਿਆਹ ਕਰਾਇਆ ਸੀ, ਇਹਦੀ ਘਰਵਾਲੀ, ਤੇ ਨਾਲ ਇਹਦੇ ਘਰ ਦੇ ਵਿੱਚ ਸੰਤਾਨ ਜਿਹੜੀ ਪੈਦਾ ਹੋਈ, ਇੱਕ ਪੁੱਤਰੀ ਸੀ, ਇੱਕ ਲੜਕੀ। ਸੋ ਇਹ ਚਾਰੇ ਇੱਥੇ ਜਾ ਕੇ ਵਸ ਗਏ ਸਨ, ਸੋਹਣਾ ਘਰ ਬਣਾ ਕੇ। ਸਿੱਧ ਸੰਗਤ ਕਰ ਕੈ ਸਮੁਦ
ਸਮੁਦਾਈ। ਇੱਥੇ ਵੀ ਬਹੁਤ ਸਾਰੀ ਜਿਹੜੀ ਸਿੱਖ ਸੰਗਤ ਇਹਨਾਂ ਦੇ ਨਾਲ ਜੁੜ ਗਈ। ਸੁਧ ਪੰਨ ਭਇਓ ਨੇ ਕੋਈ। ਇਹਦੇ ਘਰ ਦੇ ਵਿੱਚ ਪੁੱਤਰ ਤਾਂ ਕੋਈ ਪੈਦਾ ਨਹੀਂ ਹੋਇਆ। ਬੈਸ ਬਤਾਈ ਤੈ ਬੈ ਬਸਨਾ ਬਸ ਸੋਈ। ਸੋ ਉੱਥੇ ਇਹਨੇ ਰਹਿ ਕੇ ਆਪਣੀ ਸਾਰੀ ਉਮਰ ਬਤੀਤ ਕੀਤੀ, ਉੱਥੇ ਵਾਸਾ ਕੀਤਾ। ਅਗਾਂਹ ਇਹਦੀ ਪੁੱਤਰੀ ਦੀ ਕੁਲ ਦੇ ਵਿੱਚੋਂ ਹੁਣ ਕੋਈ ਥੋੜ੍ਹੀ ਬਹੁਤੀ ਕੁਲ ਚੱਲਦੀ ਹੋਣੀ ਹੈ, ਪੁੱਤਰੇ ਦੇ ਘਰ ਵਿੱਚ ਨਹੀਂ ਸੀ। ਸੋ ਇਸ ਕਰਕੇ ਇਹਦਾ ਜਿਹੜਾ ਇੱਥੇ ਹੀ ਖਾਤਮਾ ਹੋਇਆ। ਏਕ ਸੁਤਾ ਪੁਜੀ ਤਸ ਕੇਰੇ। ਇੱਕ ਸੁਤਾ ਇੱਕ ਲੜਕੀ ਇਹਦੇ ਘਰ ਵਿੱਚ ਪੈਦਾ ਹੋਈ ਸੀ। ਪੁਨ ਪਰਲੋਕ ਪਤਾਂ ਬਲੀਰੀ। ਫਿਰ ਇਹ ਇੱਥੇ ਹੀ ਰਹਿੰਦਾ ਹੋਇਆ ਪਰਲੋਕ ਗਮਨ ਕਰ ਗਿਆ ਸੀ। ਅਬ ਲੋ ਜੰਨਤ ਪੁਰ ਬਰਹਾਨੇ। ਹੁਣ ਤੱਕ ਉੱਥੇ ਨਿਸ਼ਾਨੀਆਂ ਬੁਰਹਾਨਪੁਰ ਦੇ ਵਿੱਚ। ਬੁਰਹਾਨਪੁਰ ਦੇ ਵਿੱਚ ਸਾਧ ਸੰਗਤ ਜੀ ਅਸੀਂ ਹਰ ਸਾਲ ਹੀ ਆ ਫਰਵਰੀ ਦੇ ਮਹੀਨੇ ਦੇ ਵਿੱਚ ਹੁਣ ਤਾਂ 2 ਸਾਲ ਹੋ ਗਏ ਨਹੀਂ ਗਏ। ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ, ਇੰਗਲੈਂਡ ਦੀ, ਕੈਨੇਡਾ, ਅਮਰੀਕਾ ਦੀ ਸੰਗਤ 5 ਤਖਤਾਂ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਵਾਸਤੇ ਨਾ 20 ਦਿਨ ਦਾ ਸਮਾਂ ਕੱਢਿਆ ਹੁੰਦਾ। ਬੱਸ ਲੈ ਕੇ ਜਾਂਦੇ ਹਾਂ, ਬੱਸ ਦੇ ਵਿੱਚ ਹੀ ਕਥਾ ਵੀ ਔਰ ਸਵੇਰ ਸ਼ਾਮ ਦਾ ਨਿਤਨੇਮ ਵੀ, ਬੀਬੀਆਂ ਬੈਠ ਕੇ ਜੋੜੀਆਂ ਦੇ ਸ਼ਬਦ ਧਾਰਨ, ਕੀਰਤਨ ਵੀ ਕਰਦੀਆਂ, ਸੁਖਮਨੀ ਸਾਹਿਬ ਦਾ ਪਾਠ ਵੀ ਹੁੰਦਾ। ਤੇ ਇਸੇ ਤਰ੍ਹਾਂ ਹੱਸਦਿਆਂ ਖੇਡਦਿਆਂ ਬੜੀ ਖੁਸ਼ੀ ਦੇ ਸਹਿਤ ਸਤਿਗੁਰੂ ਦੇ ਸ਼ਰਧਾ ਭਾਵਨਾ ਨਾਲ ਦਰਸ਼ਨ ਦੀਦਾਰੇ ਵੀ 5 ਤਖਤ ਸਾਹਿਬਾਨਾਂ ਦੇ ਤੇ ਨਾਲ ਹੋਰ ਗੁਰਦੁਆਰੇ ਗੁਰਧਾਮਾਂ ਦੇ ਵੀ ਨਨਕਾਣਾ ਸਾਹਿਬ ਯਾਤਰਾ ਕਮੇਟੀ UK ਵੱਲੋਂ ਇਹ ਪ੍ਰੋਗਰਾਮ ਉਲੀਕਿਆ ਜਾਂਦਾ। ਸੋ ਆ ਕੋਵਿਡ ਦਾ ਕਰਕੇ ਪਿਛਲੇ 2 ਸਾਲ, ਪਿਛਲਾ ਸਾਲ ਤੇ ਆਹ ਸਾਲ ਇਹ ਨਹੀਂ ਪ੍ਰੋਗਰਾਮ ਬਣਿਆ। ਉਸ ਵੇਲੇ ਸਾਧ ਸੰਗਤ ਇਹ ਬੁਰਹਾਨਪੁਰ ਵਿਖੇ ਵੀ ਸੰਗਤ ਜਾਂਦੀ ਹੈ ਉੱਥੇ ਦਰਸ਼ਨ ਕਰਨ। ਕਈ ਦਫਾ ਦਰਸ਼ਨ ਕਰਨ ਦਾ ਉੱਥੇ ਮੌਕਾ ਮਿਲਿਆ। ਤੇ ਉਹ ਬੁਰਹਾਨਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪਿਛਲੇ ਪਾਸੇ ਦੇਹਰੇ ਬਣੇ ਹੋਏ ਆ। ਇਹ ਹਠੀ ਸਿੰਘ ਦੀ ਮਾਤਾ ਦਾ ਤੇ ਹਠੀ ਸਿੰਘ ਦਾ ਦਰਸ਼ਨ ਤਾਂ ਉੱਥੇ ਕਰ ਆਉਂਦੇ ਸੀ, ਪਰ ਸਾਧ ਸੰਗਤ ਜੀ ਪਤਾ ਨਹੀਂ ਸੀ ਵੀ ਆਹ ਹਠੀ ਸਿੰਘ ਕੌਣ ਹੋਇਆ। ਗੁਰੂ ਮਹਾਰਾਜ ਜੀ ਦਾ ਇੱਕ ਸਰੂਪ ਹੱਥ ਲਿਖਤ 10ਵੇਂ ਪਾਤਸ਼ਾਹ ਜੀ ਦਾ ਉੱਥੇ ਸਾਧ ਸੰਗਤ ਉਹਨਾਂ ਨੇ ਰੱਖਿਆ। ਪਹਿਲਾਂ ਤਾਂ ਸੰਗਤ ਨੂੰ ਆਮ ਹੀ ਦਰਸ਼ਨ ਕਰਵਾ ਦਿੰਦੇ ਸੀ, ਪਰ ਹੁਣ ਡਿਜੀਟਲੀ ਸਕਰੀਨ ਦੇ ਉੱਤੇ ਦਰਸ਼ਨ ਕਰਾਉਂਦੇ ਆ, ਕਿਉਂਕਿ ਸਰੂਪ ਬਿਰਧ ਬਹੁਤ ਹੋ ਚੁੱਕਾ। ਸੋ ਉੱਥੇ ਜਦੋਂ ਮੈਂ ਕੱਲ ਪਰਸੋਂ ਜਦੋਂ ਇਹ ਪ੍ਰਸੰਗ ਪੜ੍ਹਿਆ ਤੇ ਫਿਰ ਉਹ ਗੱਲ ਸਾਰੀ ਪ੍ਰਤੱਖ ਹੋ ਗਈ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਵਾਲੀ ਗੱਲ ਹੁੰਦੀ ਹੈ ਵੀ ਪਹਿਲਾਂ ਤਾਂ ਕਿਹਾ ਸੁਣਿਆ ਉੱਥੇ ਜਿਵੇਂ ਸੇਵਾਦਾਰਾਂ ਨੇ ਦੱਸਤਾ ਉਵੇਂ ਇਤਿਹਾਸ ਸੁਣਿਆ ਸੀ, ਪਰ ਹੁਣ ਆਪ ਪੜ੍ਹ ਲਿਆ, ਆਪ ਇਸ ਦੀ ਕਥਾ ਕਰ ਦਿੱਤੀ, ਜਿਸ ਕਰਕੇ ਇਉਂ ਲੱਗਦਾ ਵੀ ਸਾਰੀ ਫਿਲਮ ਜਿਵੇਂ ਅੱਖਾਂ ਅੱਗੇ ਚੱਲ ਰਹੀ ਹੁੰਦੀ ਹੈ ਜਦੋਂ ਕਥਾ ਕਰਦੇ। ਸੋ ਇਸ ਪ੍ਰਕਾਰ ਇਹ ਬੁਰਹਾਨਪੁਰ ਨਗਰ ਦੇ ਵਿੱਚ ਇਹ ਸਾਰਾ ਪਰਿਵਾਰ ਇਹਨਾਂ ਦਾ ਇੱਥੇ ਸਮਾਇਆ। ਹਠੀ ਸਿੰਘ ਕੋ ਥਲ ਨਰ ਜਾਨੀ। ਹਠੀ ਸਿੰਘ ਜਿਹੜਾ ਸੀ ਸਾਧ ਸੰਗਤ ਜੀ, ਉਸ ਨਗਰ ਦੇ ਵਿੱਚ, ਉਸ ਇਲਾਕੇ ਦੇ ਵਿੱਚ ਲੋਕ ਉਹਨੂੰ ਬਹੁਤ ਜਾਣਨ ਲੱਗੇ ਸਨ। ਅਹਿਮਦ ਸ਼ਾਹ ਮੁਰਿਓ ਪੁਨ ਪਾਛੀ। ਇੱਧਰ ਜਿਹੜਾ ਅਹਿਮਦ ਸ਼ਾਹ ਸੀ ਸਾਧ ਸੰਗਤ, ਉਹ ਹਮਲਾ ਕਰਕੇ ਜਦੋਂ ਪਿੱਛੇ ਮੁੜਿਆ ਹੈ। ਸਿੰਘ ਜਿਤ ਕਿਤ ਤੇ ਆਛੀ। ਔਰ ਜਿਹੜੇ ਸਿੰਘ ਹੈ ਸਾਧ ਸੰਗਤ ਜੀ ਜਿੱਥੇ ਕਿੱਥੇ ਗੁਰੀਲਾ ਹਮਲੇ ਕਰਦੇ, ਦੁਰਾਨੀ ਜਦੋਂ ਵੀ ਆਉਂਦੇ ਸਾਧ ਸੰਗਤ ਲੁਟੇਰੇ ਧਾੜਵੀ ਪੱਛਮ ਦੇ ਰਸਤਿਓਂ ਦਿੱਲੀ ਤੱਕ ਲੁੱਟ ਮਾਰ ਕਰਕੇ ਲੈ ਜਾਂਦੇ, ਪਰ ਜਾਂਦੇ ਜਾਂਦੇ ਲੰਘਣਾ ਤਾਂ ਪੰਜਾਬ ਵਿੱਚੋਂ ਹੁੰਦਾ ਸੀ। ਸਿੰਘ ਹੁੰਦੇ ਸਨ ਥੋੜੀ ਗਿਣਤੀ ਵਿੱਚ, ਪਰ ਕਦੇ ਅੱਧੀ ਰਾਤ ਨੂੰ ਹਮਲਾ ਕਰਨਾ, ਕਦੇ ਐਨ ਸਿਖਰ ਦੁਪਹਿਰ ਨੂੰ ਹਮਲਾ ਕਰਨਾ। ਟੁੱਟ ਕੇ ਪੈ ਜਾਂਦੇ ਇਹਨਾਂ ਦੀਆਂ ਫੌਜਾਂ ਤੇ ਇਹਨਾਂ ਨੂੰ ਸੰਭਲਣ ਦਾ ਮੌਕਾ ਨਾ ਦਿੰਦੇ। ਤੇ ਸਾਧ ਸੰਗਤ ਜਿਹੜੀਆਂ ਇਸਤਰੀਆਂ, ਜਿਹੜੀਆਂ ਬੀਬੀਆਂ ਦੇ ਡੋਲੇ ਲੁੱਟ ਕੇ ਆ ਹਿੰਦੁਸਤਾਨ ਵਿੱਚੋਂ ਇਹ ਧਾੜਵੀ ਲੈ ਕੇ ਚੱਲੇ ਹੁੰਦੇ ਸਨ, ਉਹ ਖੋਹ ਕੇ ਲੈ ਕੇ ਆਉਂਦੇ। ਲੁੱਟ ਦਾ ਮਾਲ ਵੀ ਸਾਧ ਸੰਗਤ ਜੀ ਗੁਰੂ ਕੇ ਸਿੱਖ ਉਹ ਲੁੱਟਦੇ, ਸਭ ਕੁਝ ਉੱਥੋਂ ਇਹਨਾਂ ਤੋਂ ਲੁੱਟ ਮਾਰ ਕਰਕੇ ਧਾੜਵੀਆਂ ਨੂੰ ਲੁੱਟਦੇ, ਧਨੀ ਲੋਕਾਂ ਨੂੰ ਲੁੱਟਦੇ। ਸੋ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਕਿਹੜਾ ਕੋਈ ਧਨ ਪਦਾਰਥ ਬਹੁਤੇ ਹੁੰਦੇ ਸੀ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਧਾੜਵੀ ਜਦੋਂ ਆਉਂਦੇ ਇੱਧਰੋਂ ਲੁੱਟ ਖਸੁੱਟ ਕਰਦੇ, ਸਿੱਖ ਉਹਨਾਂ ਨੂੰ ਲੁੱਟ ਲੈਂਦੇ। ਆਗਾ ਪਾਛਾ ਲੂਟ ਬਲਾਵੇਂ। ਕਦੇ ਅੱਗਿਓਂ ਹਮਲਾ ਕਰ ਦਿੰਦੇ, ਕਦੇ ਪਿੱਛੋਂ ਹਮਲਾ ਕਰਦੇ, ਲੁੱਟ ਮਾਰ ਕਰਕੇ ਤੇ ਮਿੰਟੋ ਮਿੰਟੀ ਸਾਧ ਸੰਗਤ ਸਿੰਘ ਹਰਨ ਹੋ ਜਾਂਦੇ, ਫੁਰਤੀ ਬੜੀ ਦਿਖਾਉਂਦੇ, ਗੁਰੀਲਾ ਹਮਲਾ ਕੀਤਾ ਜਾਂਦਾ। ਦੁਸ਼ਮਣ ਨੂੰ ਸੰਭਲਣ ਦਾ ਜਿਹੜਾ ਸਮਾਂ ਨਹੀਂ ਸਨ ਦਿੰਦੇ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਮਾਰੋ ਮਾਰ ਕਰਦੇ ਸਿੱਖ। ਤੇ ਅਹਿਮਦ ਸ਼ਾਹ ਅਬਦਾਲੀ ਅੱਗੇ ਨੂੰ ਵੱਧ ਰਿਹਾ, ਇਹ ਅਟਕ ਦਰਿਆ ਪਾਰ ਕਰ ਗਿਆ।
ਸਿੰਘਾਂ ਨੇ ਜਿਹੜਾ ਸਾਧ ਸੰਗਤ ਧਨ ਪਦਾਰਥ ਲੁੱਟਿਆ, 1818 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਤੇ 1821 ਵਿੱਚ ਸਿਰਫ 2-3 ਸਾਲਾਂ ਵਿੱਚ ਦੁਬਾਰਾ ਇਨ ਬਿਨ ਦਰਬਾਰ ਸਾਹਿਬ ਔਰ ਅੰਮ੍ਰਿਤਸਰ ਸਰੋਵਰ ਉਸੇ ਤਰ੍ਹਾਂ ਦੁਬਾਰਾ ਉਸਾਰ ਦਿੱਤਾ। ਕਿਉਂਕਿ ਸਿੰਘ ਲੁੱਟਮਾਰ ਕਰਦੇ, ਗੁਰੂ ਮਹਾਰਾਜ ਦੇ ਵੀ ਬਚਨ ਲੂਟ ਪਿਆਰੀ ਮੇਰਿਆਂ ਖਾਇਆ ਘਰ ਕਾ ਖੇਤ, ਖੇਤੀਆਂ ਕਿਹੜਾ ਕੋਈ ਬਹੁਤਾਂ ਹੁੰਦੀਆਂ ਸੀ, ਆ ਲੁੱਟਮਾਰ ਕਰਕੇ ਸਿੰਘ ਸਾਰਾ ਸਾਧ ਸੰਗਤ ਜੀ ਇਸ ਤਰ੍ਹਾਂ ਜਿਹੜਾ ਦੁਸ਼ਮਣਾਂ ਨੇ ਨੁਕਸਾਨ ਕੀਤਾ ਉਹਦੀ ਭਰਪਾਈ ਕਰਦੇ ਹੁੰਦੇ। ਆਪਾਂ ਪਿੱਛੇ ਵੀ ਸੁਣਿਆ ਸੀ ਜਦੋਂ 10ਵੇਂ ਪਾਤਸ਼ਾਹ ਦੱਖਣ ਵੱਲ ਨੂੰ ਚੱਲਿਆ ਦਮਦਮਾ ਸਾਹਿਬ ਤੋਂ ਨਾਹੌਰ ਗੁਰੂ ਪਾਤਸ਼ਾਹ ਗਏ ਤੇ ਮਹਾਰਾਜ ਨੇ ਬਚਨ ਕੀਤੇ ਸੀ, ਉੱਥੇ ਧਨ ਪਦਾਰਥ ਬਹੁਤਾ ਦੇਖ ਕੇ ਬੜੇ ਧਨੀ ਲੋਕ ਰਹਿੰਦੇ ਸੀ। ਮਹਾਰਾਜ ਦੇ ਬਚਨ ਸਨ, ਨਾਹੌਰ ਗੁਰੂ ਕੀ ਮੋਹਰ। ਇਹ ਜਿਹੜਾ ਨਾਹੌਰ ਨਗਰ ਹੈ ਨਾ, ਇਹ ਤਾਂ ਗੁਰੂ ਦੀ ਮੋਹਰ ਹੈ। ਗੁਰੂ ਕੀਆਂ ਮੋਹਰਾਂ ਪਈਆਂ ਇੱਥੇ ਜਿੰਨੀਆਂ ਪਈਆਂ। ਮੇਰਾ ਖਾਲਸਾ ਆਵੇਗਾ, ਜਦੋਂ ਪੰਥ ਨੂੰ ਲੋੜ ਪਵੇਗੀ ਇੱਥੋਂ ਲੁੱਟ ਸੁੱਟ ਕਰਕੇ ਲੈ ਜਾਵੇਗਾ। ਬਹੁਤ ਲੁੱਟ ਸੁੱਟ ਕਰਕੇ ਗੁਰੂ ਕੇ ਖਾਲਸੇ ਉੱਥੋਂ ਲੈ ਕੇ ਆਏ, ਪਰ ਸਾਧ ਸੰਗਤ ਉਹ ਲੁੱਟ ਸੁੱਟ ਜਿਹੜੀ ਕਰਦੇ ਸੀ ਨਾ, ਆਪਣੇ ਘਰ ਨਹੀਂ ਸੀ ਪੈਸਾ ਲੈ ਕੇ ਜਾਂਦੇ, ਸਾਰਾ ਅਕਾਲ ਤਖਤ ਸਾਹਿਬ ਤੇ ਆ ਕੇ ਸਿੱਖਾਂ ਨੇ ਢੇਰੀ ਕਰ ਦੇਣਾ ਤੇ ਸਾਧ ਸੰਗਤ ਉਹ ਫਿਰ ਸਾਰਾ ਗੁਰੂ ਘਰ ਦੀ ਸੇਵਾ ਵਿੱਚ ਲਾਉਂਦੇ। ਇਉਂ 2-3 ਸਾਲਾਂ ਦੇ ਵਿੱਚ 1821 ਦੇ ਵਿੱਚ ਸਾਧ ਸੰਗਤ ਗੁਰੂ ਕੇ ਸਿੱਖਾਂ ਨੇ ਦਰਬਾਰ ਸਾਹਿਬ ਔਰ ਅੰਮ੍ਰਿਤਸਰ ਸਰੋਵਰ ਪਹਿਲਾਂ ਦੀ ਤਰ੍ਹਾਂ ਹੀ ਜਿਵੇਂ ਸੀ ਉਸੇ ਤਰ੍ਹਾਂ ਹੀ ਬਣਾ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਸਮਾਂ ਹੈ ਤੇ ਉਸ ਵੇਲੇ ਸਾਧ ਸੰਗਤ ਇੱਕ ਸਿੱਖ ਸ਼ਰਧਾ ਭਾਵਨਾ ਵਾਲਾ ਭਾਈ ਦੇਸ ਰਾਜ, ਇੰਨੀ ਸ਼ਰਧਾ ਸਿੱਖਾਂ ਵਿੱਚ ਹੁੰਦੀ ਸੀ ਵੀ ਗੁਰੂ ਘਰੋਂ ਨਾ ਕਈ ਸਿੱਖ ਤਾਂ ਪ੍ਰਸ਼ਾਦਾ ਵੀ ਨਹੀਂ ਸੀ ਛਕਦੇ, ਵੀ ਕੰਮ ਅਸੀਂ ਘਰ ਦੇ ਕਰਦੇ ਹਾਂ, ਗੁਰੂ ਘਰੋਂ ਪ੍ਰਸ਼ਾਦਾ ਕਾਹਨੂੰ ਛਕਣਾ। ਇਹਦਾ ਪ੍ਰਸ਼ਾਦਾ ਪਾਣੀ ਵੀ ਘਰੋਂ ਇਹ ਛਕ ਕੇ ਆਉਂਦਾ, ਸੇਵਾ ਉੱਥੇ ਕਰਦਾ। 2-3 ਸਾਲ ਇਹ ਸੇਵਾ ਦੇ ਵਿੱਚ ਹਾਜ਼ਰ ਰਿਹਾ। ਇਉਂ ਗੁਰੂ ਕੇ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੁਬਾਰਾ ਮੁੜ ਤੋਂ ਉਸਾਰੀ ਕਰ ਲਈ। ਕਿੰਨੀ ਭਾਵਨਾ ਸੀ ਸੰਗਤਾਂ ਦੇ ਮਨਾਂ ਦੇ ਵਿੱਚ। ਆਪਣੇ ਮਹਿੰਗੇ ਦੁਸ਼ਾਲਿਆਂ ਦੇ ਵਿੱਚ ਜਿਹੜੀ ਸਰੋਵਰ ਦੀ ਕਾਰ ਸੀ ਨਾ, ਕਾਰ ਸੇਵਾ, ਸਰੋਵਰ ਦੇ ਵਿੱਚੋਂ ਮਿੱਟੀ ਕੱਢਦੇ, ਉਹ ਬਰਤਨਾਂ ਵਿੱਚ ਨਹੀਂ ਸੀ ਕੱਢਦੇ, ਆਪਣੇ ਕੀਮਤੀ ਵਸਤਰਾਂ ਦੇ ਵਿੱਚ ਹੀ ਪਾ ਕੇ ਲੈ ਜਾਂਦੇ। ਕਿਉਂ ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਜਿੱਥੇ ਨੀਂਵ ਰੱਖੀ ਸੀ ਨਾ, ਨਿਉ ਰੱਖੀ ਸੀ, ਉਸ ਨੀਂਹ ਤੋਂ ਦੁਬਾਰਾ ਚਨਾਈ ਕੀਤੀ। ਬਹੁਤ ਪ੍ਰੇਮ ਦੇ ਨਾਲ ਇਸੇ ਤਰ੍ਹਾਂ ਸਾਧ ਸੰਗਤ ਜੀ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਉਹ ਅੰਮ੍ਰਿਤ ਸਰੋਵਰ ਉਸਾਰਿਆ, ਦੁਬਾਰਾ ਬਣਾਇਆ। ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਸੁੰਦਰ ਇਮਾਰਤ ਉਸਾਰ ਦਿੱਤੀ। ਔਰ ਗੁਰੂ ਮਰਿਆਦਾ ਮੁਤਾਬਕ ਹੀ ਦੁਬਾਰਾ ਉਸਾਰੀ ਕੀਤੀ। ਜਿੱਥੇ ਗੁਰੂ ਸਾਹਿਬ ਨੇ ਕੋਈ ਮੋਰੀ ਰੱਖੀ ਉੱਥੇ ਮੋਰੀ, ਜਿੱਥੇ ਛੱਜਾ ਛੱਡਿਆ ਉੱਥੇ ਛੱਜਾ, ਜਿੱਥੇ ਕੋਈ ਗੁੰਬਦ, ਉਸੇ ਤਰ੍ਹਾਂ ਜਿਵੇਂ ਗੁਰੂ ਸਾਹਿਬ ਨੇ ਬਣਾਇਆ ਸੀ ਉਹ 'ਚ ਵਾਧ ਘਾਟ ਨਾ ਕੀਤੀ। ਜਿਸ ਤਰ੍ਹਾਂ ਮਰਿਆਦਾ ਸਹਿਤ ਗੁਰੂ ਸਾਹਿਬ ਨੇ ਬਣਾਇਆ ਉਸੇ ਤਰ੍ਹਾਂ ਦੁਬਾਰਾ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਉਸਾਰ ਦਿੱਤਾ। ਜਿਵੇਂ ਪਹਿਲਾਂ ਛੋਟੇ ਗੁੰਬਦ ਵੱਡੇ ਗੁੰਬਦ ਬਣੇ ਸੀ ਉਸੇ ਤਰ੍ਹਾਂ ਬਹੁਤ ਸੁੰਦਰ ਇਮਾਰਤ ਤਿਆਰ ਕਰ ਲਈ। ਹੁਣ ਤੱਕ ਸਿੱਖ ਸੰਗਤਾਂ ਇਸ ਇਮਾਰਤ ਦੇ ਦਰਸ਼ਨ ਕਰਦੀਆਂ ਹਨ। ਜਿਹਦੇ ਸਮਾਨ ਦੁਨੀਆ ਦੇ ਵਿੱਚ ਹੋਰ ਕੋਈ ਅਸਥਾਨ ਨਹੀਂ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸ ਸਰ, ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ। ਸੋ ਇਸ ਪ੍ਰਕਾਰ ਬਹੁਤ ਸੁੰਦਰ ਦਰਬਾਰ ਸਾਹਿਬ ਦੀ ਇਮਾਰਤ ਸਿੱਖਾਂ ਨੇ ਉਸਾਰ ਦਿੱਤੀ, ਜਿਸ ਸਮਾਨ ਦੁਨੀਆ ਵਿੱਚ ਹੋਰ ਕੋਈ ਅਸਥਾਨ ਨਹੀਂ। ਇੱਕ ਵਾਰ ਸਾਧ ਸੰਗਤ ਜੀ ਸਿੰਘ ਦਿੱਲੀ ਉੱਤੇ ਚੜ੍ਹਾਈ ਕਰਕੇ ਗਏ। ਔਰ ਜਿਹੜਾ ਸ਼ਾਹ ਸੀ, ਸਾਧ ਸੰਗਤ ਦਿੱਲੀ ਦੇ ਵਿੱਚ ਬਾਦਸ਼ਾਹ ਸੀ ਉਸ ਵੇਲੇ ਕੌਣ ਸੀ ਦਿੱਲੀ ਦੇ ਵਿੱਚ ਕਮਾਂਡ ਸੰਭਾਲੀ ਹੋਈ? ਸਮਰੂ ਬੇਗਮ। ਇਹ ਸਾਧ ਸੰਗਤ ਜੀ ਸਮਰੂ ਬੇਗਮ ਸੀ ਨਾ ਜਿਹੜੀ, ਇਹ ਸਾਧ ਸੰਗਤ ਇੱਕ ਸੈਨਾਪਤੀ ਦੀ ਘਰਵਾਲੀ ਸੀ। ਵਡੇਰੀ ਉਮਰ ਦੇ ਵਿੱਚ ਇਹ ਸੈਨਾਪਤੀ ਨੇ ਇਹਦੇ ਨਾਲ ਵਿਆਹ ਕਰਾਇਆ ਸੀ। 1720 ਦੇ ਵਿੱਚ ਇਹ ਸਮਰੂ ਦਾ ਜਨਮ ਹੋਇਆ। ਇਹਦਾ ਪਿਤਾ ਜਿਹੜਾ ਫ੍ਰੈਂਚ ਸੀ, ਫਰਾਂਸ ਦਾ ਰਹਿਣ ਵਾਲਾ, ਮਾਤਾ ਇਹਦੀ ਜਰਮਨ ਦੀ ਰਹਿਣ ਵਾਲੀ ਸੀ। ਤੇ ਇਹਦਾ ਅਸਲ ਨਾਂ ਸੀ ਜਿਹੜਾ ਵਾਲਟਰ ਰਾਇਨਹਾਰਡ। ਸੋਮਰਜ਼ ਜਿਹੜਾ ਇਹਦਾ ਨਾਂ ਸੀ, ਇਹ ਉਪਨਾਮ ਸੀ, ਜਿਵੇਂ ਛੋਟੇ ਨਾਂ ਹੁੰਦੇ ਆ।
ਸੋਮਰਜ ਤੋਂ ਵਿਗੜ ਕੇ ਇਹਦਾ ਨਾਂ ਸਮਰੂ ਪੈ ਗਿਆ। ਇਹਨੇ ਸਾਧ ਸੰਗਤ ਜੀ ਵੱਖ-ਵੱਖ ਜਗ੍ਹਾ ਦੇ ਉੱਤੇ ਨੌਕਰੀ ਚਾਕਰੀ ਕੀਤੀ। ਫਰਾਂਸ ਦੀ ਫੌਜ ਦੇ ਵਿੱਚ, ਉਹਨਾਂ ਦੀ ਜਹਾਜ਼ੀ ਫੌਜ ਦੇ ਵਿੱਚ ਵੀ ਰਿਹਾ। ਫਿਰ ਅੰਗਰੇਜ਼ਾਂ ਦੀ ਨੌਕਰੀ ਕੀਤੀ। ਇੱਧਰ ਆ ਕੇ ਨਾ ਬੰਗਾਲ ਦੇ ਨਵਾਬ ਮੀਰ ਕਾਸਮ ਦਾ ਵੀ ਚਾਕਰ ਬਣਿਆ ਰਿਹਾ ਕਾਫੀ ਸਮਾਂ। ਫਿਰ ਹੌਲੀ ਹੌਲੀ ਇਹਦਾ ਬਲ ਵੱਧਦਾ ਗਿਆ, ਰਿਆਸਤਾਂ ਨੂੰ ਜਿੱਤਦਾ ਗਿਆ। ਇਹਨੇ ਆਪਣਾ ਰਾਜ ਭਾਗ ਕਾਇਮ ਕਰ ਲਿਆ ਸੀ। ਤੇ ਮੇਰਠ ਵਾਲੀ ਸਾਈਡ ਇਹ ਸਾਧ ਸੰਗਤ ਇਹ ਰਿਹਾ ਸਰਦਨਾ ਰਿਆਸਤ ਦੇ ਵਿੱਚ। ਉਹ ਜਦੋਂ ਆਪਣੀ ਉਮਰ ਭੋਗ ਕੇ ਚੜ੍ਹਾਈ ਕਰ ਗਿਆ ਤੇ ਇਹਦੀ ਘਰਵਾਲੀ ਹਾਲੇ ਜਵਾਨ ਸੀ, ਕਿਉਂਕਿ ਉਹ ਜੰਮੀ ਹੈ 1751 ਦੇ ਵਿੱਚ। ਇਹਦਾ ਜਨਮ 1720 ਦਾ, 31 ਸਾਲ ਛੋਟੀ ਸੀ। ਪਰ 1765 ਦੇ ਵਿੱਚ ਇਹਨੇ 14 ਸਾਲ ਦੀ ਉਮਰ ਵਿੱਚ ਸਮਰੂ ਦੇ ਨਾਲ ਵਿਆਹ ਕਰਾ ਲਿਆ ਸੀ, ਸਮਰੂ ਬੇਗਮ ਨੇ। ਇਹਦਾ ਅਸਲ ਨਾਂ ਜਿਹੜਾ ਸਾਧ ਸੰਗਤ ਜੀ ਜੇਬੁਨਿਸਾ ਹੈ, ਪਰ ਇਹਨੂੰ ਸਮਰੂ ਦੀ ਬੇਗਮ ਕਰਕੇ ਜ਼ਿਆਦਾ ਜਾਣਿਆ ਜਾਂਦਾ ਹੈ। ਇਹ ਆਪਣੇ ਪਤੀ ਦੇ ਚੜ੍ਹਾਈ ਕਰਨ ਤੋਂ ਬਾਅਦ ਫਿਰ ਇਹਨੇ ਉਸ ਇਲਾਕੇ ਵਿੱਚ, ਦਿੱਲੀ ਦੇ ਵਿੱਚ ਸਾਰਾ ਰਾਜ ਭਾਗ ਸਾਂਭਿਆ ਸੀ। ਸਿੱਖਾਂ ਦੇ ਨਾਲ ਬਾਬਾ ਬਘੇਲ ਸਿੰਘ ਜੀ ਜਥੇਦਾਰ ਜਦੋਂ ਉਧਰ ਨੂੰ ਹਮਲਾ ਕਰਕੇ ਗਏ ਆ, ਤੇ ਇਹਦੇ ਜਿਹੜੇ ਸਬੰਧ ਸੀ ਨਾ ਉਹ ਬਹੁਤ ਚੰਗੇ ਰਹੇ, ਕੋਈ ਵੈਰ ਭਾਵਨਾ ਵਾਲੇ ਸਬੰਧ ਨਹੀਂ ਸਨ। ਜਿਸ ਕਰਕੇ ਇੱਥੇ ਕਵੀ ਜੀ ਇਹੀ ਵਾਰਤਾ ਦੱਸ ਰਹੇ ਆ। ਕਹਿੰਦੇ ਜਦੋਂ ਇੱਕ ਵਾਰੀ ਸਿੰਘ ਦਿੱਲੀ ਵਿਖੇ ਗਏ ਆ ਬਾਬਾ ਬਘੇਲ ਸਿੰਘ ਦੀ ਅਗਵਾਈ ਦੇ ਵਿੱਚ, ਤੇ ਇਹਨਾਂ ਦੇ ਨਾਲ ਜਿਹੜੇ ਉਸ ਵੇਲੇ ਬਾਦਸ਼ਾਹਤ ਜਿਨ੍ਹਾਂ ਦੇ ਕੋਲ ਸੀ, ਉਹਨਾਂ ਦੇ ਨਾਲ ਚੰਗਾ ਰਸ ਰਿਹਾ, ਚੰਗਾ ਮਿਲਵਰਤਨ ਰਿਹਾ ਸਿੱਖਾਂ ਦਾ। ਗੁਰੂ ਨਵਮ ਥਲ ਭੋਜਨ ਕੀਤ। ਔਰ ਨੌਵੇਂ ਗੁਰੂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਿੱਥੇ ਧੜ ਦਾ ਸੰਸਕਾਰ ਕੀਤਾ ਗਿਆ ਸੀ, ਗੁਰਦੁਆਰਾ ਰਕਾਬਗੰਜ ਸਾਹਿਬ। ਔਰ ਸਤਿਗੁਰੂ ਦਾ ਸ਼ਹੀਦੀ ਅਸਥਾਨ, ਸਤਿਗੁਰੂ ਦਾ ਦੇਹਰਾ ਜਿੱਥੇ ਸੀ, ਸੀਸਗੰਜ ਸਾਹਿਬ। ਸੋ ਇਹ ਅਸਥਾਨਾਂ ਦੀ ਜਾ ਕੇ ਖੋਜ ਕੀਤੀ ਸਿੱਖਾਂ ਨੇ, ਕਿਉਂਕਿ ਪਿੱਛੇ ਪ੍ਰਸੰਗ ਆ ਚੁੱਕਿਆ ਜਿਹੜਾ ਬੇਨਵਾ ਫਕੀਰ ਅਜੀਤ ਸਿੰਘ ਨੇ ਮਾਰਤਾ ਸੀ ਮਾਤਾ ਦੇ ਪਾਲਕ ਪੁੱਤਰ ਨੇ। ਤੇ ਉਸ ਵੇਲੇ ਮੁਗਲਾਂ ਦੇ ਨਾਲ ਰਲ ਕੇ ਨਾ ਇਹਨਾਂ ਬੇਨਵੇ ਮੁਸਲਮਾਨ ਫਕੀਰਾਂ ਨੇ ਸਤਿਗੁਰੂ ਸਾਹਿਬ ਜੀ ਦੇ ਅਸਥਾਨ ਢਾਹ ਕੇ ਨਾ ਉੱਥੇ ਮਸੀਤਾਂ ਬਣਾ ਲਈਆਂ ਸਨ। ਬੜੇ ਜ਼ੋਰ ਸੋ ਤਬ ਟਹਿਵਾਈ। ਸਿੱਖਾਂ ਦਾ ਜ਼ੋਰ ਸੀ ਤੇ ਮੁਗਲਾਂ ਦੇ ਨਾਲ ਇਹ ਜਿਹੜੇ ਉਸ ਵੇਲੇ ਦੇ ਰਾਜੇ ਸੀ, ਸਮਰੂ ਬੇਗਮ ਸੀ, ਉਹਦੇ ਨਾਲ ਠੀਕ ਠਾਕ ਸਬੰਧ ਸਨ। ਇਸ ਕਰਕੇ ਆਪਣੇ ਬਲ ਦੇ ਨਾਲ ਸਿੱਖਾਂ ਨੇ ਆਪਣਾ ਜ਼ੋਰ ਦਿਖਾਉਂਦਿਆਂ ਹੋਇਆ ਉਹ ਮਸੀਤਾਂ ਢਾਈਆਂ। ਆਪਣਾ ਦੀਨੋਂ ਪਤਾ ਦਿਖਾਈ। ਤੇ ਐਵੇਂ ਨਹੀਂ ਢਾ ਦਿੱਤੀਆਂ, ਬਲਕਿ ਆਪਣਾ ਉੱਥੇ ਥਹੁ ਪਤਾ ਵੀ ਦੱਸਿਆ ਵੀ ਇਹ ਗੁਰੂ ਕੇ ਸਥਾਨ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸਥ ਫੁੱਲ ਚੁੱਕ ਕੇ ਤੇ ਸਾਰੀ ਜਿਹੜੀ ਰਾਖ ਇਕੱਠੀ ਕਰਕੇ ਚਾਂਦੀ ਦੀਆਂ ਗਾਗਰਾਂ ਵਿੱਚ ਭਰ ਕੇ ਲੱਖੀ ਸ਼ਾਹ ਵਣਜਾਰੇ ਨੇ ਡੂੰਘੇ ਦਬਾ ਦਿੱਤੇ ਸਨ ਉੱਥੇ ਆਪਣੇ ਘਰ ਵਾਲੀ ਜਗ੍ਹਾ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ। ਉਹ ਖੁਦਾਈ ਕਰਾ ਕੇ ਪੱਟ ਕੇ ਨਾ ਉਹ ਸਾਰੀਆਂ ਇਹਨਾਂ ਨੂੰ ਦਿਖਾਈਆਂ ਵੀ ਵਾਕਈ ਗੁਰੂ ਸਾਹਿਬ ਦਾ ਸਥਾਨ ਹੈ। ਉਹ ਕਢਾ ਕੇ ਧਰਤੀ ਵਿੱਚੋਂ ਦਿਖਾਈਆਂ, ਕਿਉਂਕਿ ਬੇਨਵੇ ਸੀ ਜਿਹੜੇ ਉਹ ਆਪਣਾ ਦਾਅਵਾ ਜਤਾਉਂਦੇ ਸੀ ਵੀ ਨਹੀਂ ਇੱਥੇ ਤਾਂ ਸਾਡੀ ਮਸੀਤ ਪਹਿਲਾਂ ਤੋਂ ਹੀ ਹੈ। ਪਰ ਜਦੋਂ ਆ ਸਾਰੀਆਂ ਨਿਸ਼ਾਨੀਆਂ ਦਿਖਾ ਦਿੱਤੀਆਂ ਤੇ ਬੇਨਵੇ ਝੂਠੇ ਪੈ ਗਏ। ਉਸ ਵੇਲੇ ਸਾਰਿਆਂ ਨੂੰ ਪ੍ਰਤੀਤ ਆ ਗਈ, ਵਿਸ਼ਵਾਸ ਨਿਸ਼ਚਾ ਹੋ ਗਿਆ ਕਿ ਗੁਰੂ ਕਾ ਸਥਾਨ ਹੈ। ਉਸ ਵੇਲੇ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਨੇ ਫਿਰ ਬੜਾ ਸੁੰਦਰ ਗੁਰੂ ਕਾ ਦੇਹਰਾ ਯਾਦਗਾਰੀ ਸਥਾਨ ਬਣਾਇਆ। ਹੁਣ ਤੱਕ ਸਾਧ ਸੰਗਤ ਸੁੰਦਰ ਸਥਾਨ ਆਪਾਂ ਗੁਰੂ ਕੇ ਸਥਾਨਾਂ ਦੇ ਦਰਸ਼ਨ ਕਰਦੇ ਹਾਂ। ਗੁਰਦੁਆਰਾ ਰਕਾਬਗੰਜ ਸਾਹਿਬ, ਸੀਸਗੰਜ ਸਾਹਿਬ, ਉਹ ਹੁਣ ਤੱਕ ਜ਼ਾਹਰ ਪ੍ਰਗਟ ਤੌਰ ਤੇ ਸੰਗਤਾਂ ਦਰਸ਼ਨ ਕਰਦੀਆਂ ਹਨ। ਬਾਜ਼ਾਰ ਦੇ ਵਿੱਚ ਉਹ ਥਾਨ ਲੈ ਲਿਆ ਗੁਰਦੁਆਰਾ ਸੀਸਗੰਜ ਸਾਹਿਬ ਵਾਲਾ ਜਿੱਥੇ ਸਤਿਗੁਰੂ ਦੀ ਸ਼ਹਾਦਤ ਹੋਈ, ਜਿੱਥੇ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਭਾਣਾ ਵਰਤਾਇਆ ਸੀ। ਠੀਕਰ ਫੋਰ ਦਲੀ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿੱਥੇ ਸੀਸ ਦਿਆ ਪਰ ਸਿਰ ਨਾ ਦਿਆ, ਉਸ ਜਗ੍ਹਾ ਨੂੰ ਗੁਰੂ ਕੇ ਸਿੱਖਾਂ ਨੇ ਲੱਭ ਲਿਆ। ਇਹਨਾਂ ਤੋਂ ਆਦ ਲੈ ਕੇ ਸੀਸਗੰਜ ਸਾਹਿਬ, ਰਕਾਬਗੰਜ ਸਾਹਿਬ ਤੋਂ ਲੈ ਕੇ ਹੋਰ ਜਿੰਨੇ 9-10 ਇਤਿਹਾਸਕ ਅਸਥਾਨ
ਦਿੱਲੀ ਵਿਖੇ ਵੱਖ-ਵੱਖ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਹੈ। ਇਹਨਾਂ ਸਾਰਿਆਂ ਦੀ ਸੁੰਦਰ ਕਾਰ ਸੇਵਾ ਬਾਬਾ ਬਘੇਲ ਸਿੰਘ ਹੋਰਾਂ ਨੇ ਕਰਵਾਈ। ਕਿਉਂਕਿ ਬਹੁਤ ਅਸਥਾਨ ਹੈ, 10ਵੇਂ ਪਾਤਸ਼ਾਹ ਜੀ ਦਾ ਮੋਤੀ ਬਾਗ ਅਸਥਾਨ ਹੈ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਜੀ ਦਾ ਅਸਥਾਨ ਜਿੱਥੇ ਭਾਈ ਮਰਦਾਨੇ ਤੋਂ ਹਾਥੀ ਜਿੰਦਾ ਕਰਵਾਇਆ ਸੀ, ਗੁਰਦੁਆਰਾ ਨਾਨਕ ਪਿਆਓ ਸਾਹਿਬ ਹੈ, ਮੋਤੀ ਬਾਗ ਹੈ, ਗੁਰਦੁਆਰਾ ਬੰਗਲਾ ਸਾਹਿਬ 8ਵੇਂ ਪਾਤਸ਼ਾਹ ਜੀ ਦਾ ਅਸਥਾਨ ਹੈ। ਹੋਰ ਇਸ ਤਰ੍ਹਾਂ ਦੇ 9-10 ਅਸਥਾਨ ਇਤਿਹਾਸਕ ਅਸਥਾਨ ਹੈ। ਇਹਨਾਂ ਸਾਰਿਆਂ ਅਸਥਾਨਾਂ ਦੀ ਸੇਵਾ ਬਾਬਾ ਬਘੇਲ ਸਿੰਘ ਹੋਰਾਂ ਨੇ ਕਰਵਾਈ। ਜਾਹਰ ਕਰੇ ਉਤੇ ਜੋ ਧਰਤੀ। ਹਾਂ, ਜਿਹੜੇ ਧੁਰ ਤੋਂ ਹੀ ਸਤਿਗੁਰੂ ਦੇ ਨਾਲ ਜੁੜੇ ਹੋਏ ਅਸਥਾਨ ਸੀ ਉਹ ਜ਼ਾਹਰ ਕੀਤੇ, ਪ੍ਰਗਟ ਕਰਕੇ ਸਾਧ ਸੰਗਤਾਂ ਨੂੰ ਦਿਖਾਏ। ਇਉਂ ਗੁਰੂ ਕੇ ਅਸਥਾਨਾਂ ਦੀ ਸੇਵਾ ਹੋਈ। ਜਿਹੜੇ ਮਾਤਾ ਜੀ ਵੀ ਜਾਂਦੇ ਜਾਂਦੇ ਬਚਨ ਕਰ ਗਏ ਸਨ ਦਿੱਲੀ ਦੀਆਂ ਸੰਗਤਾਂ ਨੂੰ ਕਿ ਮਾਤਾ ਜੀ ਗੁਰੂ ਕੇ ਅਸਥਾਨ ਢਾਹ ਕੇ ਮਸੀਤਾਂ ਚਿਣ ਲਈਆਂ ਉੱਥੇ ਬੇਨਵਿਆਂ ਨੇ, ਮੁਸਲਮਾਨਾਂ ਨੇ, ਤੇ ਮਾਤਾ ਨੇ ਬਚਨ ਕੀਤੇ ਸੀ ਕਿ ਸਾਡਾ ਖਾਲਸਾ ਆਵੇਗਾ, ਸਾਡਾ ਸਿੱਖ ਆਵੇਗਾ, ਲੱਭ ਕੇ ਇਹਨਾਂ ਅਸਥਾਨਾਂ ਦੀ ਕਾਰ ਸੇਵਾ ਕਰਾਏਗਾ, ਦੁਬਾਰਾ ਤੋਂ ਗੁਰਦਰਬਾਰ ਉਸਾਰੇ ਜਾਣਗੇ। ਇਸ ਪ੍ਰਕਾਰ ਸਾਧ ਸੰਗਤ ਇਹ ਗੁਰ ਅਸਥਾਨ ਦਿੱਲੀ ਦੇ ਵਿੱਚ ਬਣੇ ਹੈ। ਇਸ ਤੋਂ ਅੱਗੇ ਇੱਕੋ ਹੀ ਪ੍ਰਸੰਗ ਬਾਕੀ ਰਹਿ ਗਿਆ, ਫਿਰ ਇਤਿਹਾਸ ਦੀ ਕਥਾ ਦੀ ਸਮਾਪਤੀ ਹੋ ਜਾਣੀ ਆ। ਉਸ ਤੋਂ ਬਾਅਦ ਕੁਝ ਕੁ ਮੰਗਲ ਆਉਣਗੇ, ਕਿਉਂਕਿ ਗ੍ਰੰਥਾਂ ਦੀ ਆਰੰਭਤਾ ਵੇਲੇ ਤੇ ਗ੍ਰੰਥਾਂ ਦੀ ਸਮਾਪਤੀ ਵੇਲੇ ਜਿਹੜੇ ਰੱਬ ਨੂੰ ਮੰਨਣ ਵਾਲੇ ਕਵੀ ਆ ਨਾ, ਉਹ ਫਿਰ ਆਪੋ ਆਪਣੀ ਆਸਥਾ ਦੇ ਮੁਤਾਬਕ ਦੇਵੀ ਦੇਵਤਿਆਂ ਦੇ, ਗੁਰੂ ਸਾਹਿਬਾਨਾਂ ਦੇ ਉਹ ਮੰਗਲ ਕਰਦੇ ਆ, ਉਸਤਤ ਕਰਦੇ ਆ, ਉਹਨਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਮੇਰੀ ਸਹਾਇਤਾ ਕੀਤੀ ਤਾਂ ਇਹ ਕਾਰਜ ਸਫਲ ਹੋਇਆ, ਸੰਪੂਰਨ ਹੋਇਆ। ਸੋ ਆਪਾਂ ਕੱਲ੍ਹ ਨੂੰ ਅਗਲਾ ਪ੍ਰਸੰਗ ਤੇ ਉਸ ਤੋਂ ਬਾਅਦ ਮੰਗਲਾਂ ਦੀ ਕਥਾ ਕਰਕੇ ਫਿਰ ਇਸ ਕਥਾ ਦੀ ਔਰ ਇਸ ਗ੍ਰੰਥ ਦੀ 14 ਜਿਲਦਾਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸਮਾਪਤੀ ਹੋ ਜਾਣੀ ਹੈ। ਉਸ ਤੋਂ ਅੱਗੇ ਜਿਵੇਂ ਸਤਿਗੁਰੂ ਕਿਰਪਾ ਕਰਨਗੇ ਜਿਹੜੀ ਵੀ ਕਥਾ ਆਰੰਭ ਕਰਨੀ ਹੋਈ ਸਤਿਗੁਰੂ ਜੀ ਦੇ ਭਾਣੇ ਦੇ ਮੁਤਾਬਕ ਅੱਗੇ ਆਪਾਂ ਫਿਰ ਸ਼ੁਰੂ ਕਰਾਂਗੇ ਜੀ। ਕਥਾ ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਦੀ, ਗਲਤੀਆਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰੀ ਲਵਾਈਏ। ਕਿਨ ਤੇ ਆਦ ਅਪਰ ਥਲ ਗੁਰ ਕੀ ਜ਼ਾਹਰ ਕਰੇ ਹੁਤੇ ਜੋ ਧੁਰ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।